औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। ਅੱਜ ਅਸੀਂ ਦੂਸਰੇ ਪਾਰੇ ਦਾ ਪੰਜਾਬੀ 'ਚ ਮਫਹੂਮ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖਾਂਗੇ ਕਿ ਅੱਲਾਹ ਕਰੀਮ ਨੇ ਸਾਡੇ ਵਾਸਤੇ ਕਿਹੜੇ ਉਹ ਚੰਗੇ ਚੰਗੇ ਅਹਿਕਾਮਾਤ ਜਿਹੜੇ ਸਾਨੂੰ ਦੁਨੀਆ ਅਤੇ ਆਖਰਤ ਵਿੱਚ ਕਾਮਯਾਬੀ ਦਿਲਾਉਣਗੇ, ਸਾਡੇ ਵਾਸਤੇ ਹਦਾਇਤ ਦਾ ਬਾਇਸ ਬਣਨਗੇ, ਉਹ ਕਿਹੜੇ ਸਾਡੇ ਵਾਸਤੇ ਦੂਸਰੇ ਪਾਰੇ ਦੇ ਵਿੱਚ ਬਿਆਨ ਕੀਤੇ ਨੇ। ਤਾਂ ਦੂਸਰਾ ਪਾਰਾ ਜਿਹੜਾ ਨਾ ਸੂਰੇ ਬਕਰਾ ਦੀ ਆਇਤ ਨੰਬਰ 142 ਤੋਂ ਸ਼ੁਰੂ ਹੁੰਦਾ ਹੈ। ਛੇਤੀ ਹੀ ਤੁਹਾਨੂੰ ਲੋਕਾਂ ਦੇ ਵਿੱਚੋਂ ਜਿਹੜੇ ਬੇਵਕੂਫ ਲੋਕ ਨੇ ਉਹ ਇਹ ਕਹਿਣਗੇ ਕਿ ਇਹਨਾਂ ਨੂੰ ਕਿਹੜੀ ਚੀਜ਼ ਨੇ ਉਸ ਕਿਬਲੇ ਤੋਂ ਫੇਰ ਦਿੱਤਾ ਹੈ ਜਿਸ ਕਿਬਲੇ ਉੱਤੇ ਉਹ ਪਹਿਲੇ ਮੂੰਹ ਕਰਕੇ ਨਮਾਜ਼ ਪੜ੍ਹਦੇ ਸਨ। ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਹਨਾਂ ਨੂੰ ਕਹੋ ਕਿ ਮਸ਼ਰਕ ਅਤੇ ਮਗਰਿਬ ਸਭ ਅੱਲਾ ਦੇ ਨੇ, ਅੱਲਾ ਜਿਹਨੂੰ ਚਾਹੁੰਦਾ ਸਿੱਧੀ ਰਾਹ ਦਿਖਾ ਦਿੰਦਾ। ਇਸ ਤਰ੍ਹਾਂ ਤੇ ਅਸੀਂ ਤੁਹਾਨੂੰ ਇੱਕ ਉਮਤ ਵਸਤ ਬਣਾਇਆ ਹੈ ਤਾਂ ਕਿ ਤੁਸੀਂ ਦੁਨੀਆ ਦੇ ਲੋਕਾਂ 'ਤੇ ਗਵਾਹ ਰਹੋ ਅਤੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ 'ਤੇ ਗਵਾਹ ਰਹਿਣ। ਪਹਿਲੇ ਜਿਹੜੇ ਪਾਸੇ ਤੁਸੀਂ ਮੂੰਹ ਕਰਕੇ ਨਮਾਜ਼ ਪੜ੍ਹਦੇ ਸੋ ਉਹ ਅਸੀਂ ਸਿਰਫ ਇਹ ਦੇਖਣ ਵਾਸਤੇ ਮੁਕਰਰ ਕੀਤਾ ਸੀ ਕਿ ਕਿਹੜਾ ਰਸੂਲ ਦੀ ਪੈਰਵੀ ਕਰਦਾ ਅਤੇ ਕਿਹੜਾ ਉਲਟੇ ਪੈਰ ਫੇਰ ਜਾਂਦਾ। ਇਹ ਮਾਮਲਾ ਹੈ ਤਾਂ ਸਖਤ ਸੀ, ਮਗਰ ਉਹਨਾਂ ਲੋਕਾਂ ਵਾਸਤੇ ਕੁਛ ਵੀ ਸਖਤ ਨਹੀਂ ਸੀ ਜਿਹੜੇ ਲੋਕ ਅੱਲਾ ਦੀ ਹਦਾਇਤ ਤੋਂ ਫੈਜ਼ਯਾਬ ਸਨ। ਅੱਲਾ ਤੁਹਾਡੇ ਈਮਾਨ ਨੂੰ ਹਰਗਿਜ਼ ਜ਼ਾਇਆ ਨਹੀਂ ਕਰੇਗਾ। ਯਕੀਨ ਜਾਣੋ ਉਹ ਲੋਕਾਂ ਦੇ ਹੱਕ ਦੇ ਵਿੱਚ ਨਹਾਇਤ ਹੀ ਸ਼ਫੀਕ ਤੇ ਰਹੀਮ ਹੈ। ਇਹ ਤੁਹਾਡੇ ਮੂੰਹ ਦਾ ਬਾਰ-ਬਾਰ ਅਸਮਾਨ ਦੀ ਤਰਫ ਉੱਠਣਾ ਅਸੀਂ ਦੇਖ ਰਹੇ ਹਾਂ। ਲੋ ਅਸੀਂ ਉਸ ਕਿਬਲੇ ਵੱਲ ਮੂੰਹ ਫੇਰ ਦਿੰਦੇ ਆ ਜਿਹਨੂੰ ਤੁਸੀਂ ਪਸੰਦ ਕਰਦੇ ਹੋ। ਮਸਜਿਦ ਹਰਾਮ ਦੀ ਵੱਲ ਰੁਖ ਫੇਰ ਲਵੋ। ਹੁਣ ਤੁਸੀਂ ਜਿੱਥੇ ਕਿੱਥੇ ਵੀ ਹੋਵੋ ਉਹਦੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਿਆ ਕਰੋ। ਇਹ ਲੋਕ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਹੈ ਖੂਬ ਜਾਣਦੇ ਨੇ ਕਿ ਇਹ ਹੁਕਮ ਉਹਨਾਂ ਦੇ ਰੱਬ ਵੱਲੋਂ ਹੀ ਹੈ ਅਤੇ ਬਰਹੱਕ ਹੈ, ਮਗਰ ਇਹਦੇ ਬਾਵਜੂਦ ਜੋ ਕੁਛ ਇਹ ਕਰ ਰਹੇ ਨੇ ਅੱਲਾ ਉਹਦੇ ਤੋਂ ਗਾਫਲ ਨਹੀਂ। ਤੁਸੀਂ ਇਹਨਾਂ ਅਹਿਲੇ ਕਿਤਾਬ ਦੇ ਕੋਲ ਖਾ ਜਿਹੜੀ ਮਰਜ਼ੀ ਨਿਸ਼ਾਨੀ ਲੈ ਆਓ, ਮੁਮਕਿਨ ਹੀ ਨਹੀਂ ਕਿ ਤੁਹਾਡੇ ਕਿਬਲੇ ਦੀ ਪੈਰਵੀ ਕਰਨਗੇ। ਨਾ ਤੁਹਾਡੇ ਵਾਸਤੇ ਮੁਮਕਿਨ ਹੈ ਕਿ ਉਹਨਾਂ ਦੇ ਕਿਬਲੇ ਦੀ ਪੈਰਵੀ ਕਰੋ ਅਤੇ ਉਹਨਾਂ 'ਚੋਂ ਕੋਈ ਗਿਰੋਹ ਵੀ ਦੂਸਰੇ ਕਿਬਲੇ ਦੀ ਪੈਰਵੀ ਕਰਨ ਵਾਸਤੇ ਤਿਆਰ ਨਹੀਂ। ਅਗਰ ਤੁਸੀਂ ਇਸ ਇਲਮ ਦੇ ਬਾਅਦ ਜਿਹੜਾ ਤੁਹਾਡੇ ਕੋਲ ਆ ਚੁੱਕਿਆ ਹੈ ਉਹਨਾਂ ਦੀ ਖਾਹਿਸ਼ਾਤ ਦੀ ਪੈਰਵੀ ਕੀਤੀ ਤਾਂ ਯਕੀਨਨ ਤੁਹਾਡਾ ਸ਼ੁਮਾਰ ਜ਼ਾਲਮਾਂ ਦੇ ਵਿੱਚ ਹੋਏਗਾ। ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ ਉਹ ਇਸ ਮੁਕਾਮ ਨੂੰ ਇਸ ਤਰ੍ਹਾਂ ਪਹਿਚਾਣਦੇ ਨੇ ਜਿਸ ਤਰ੍ਹਾਂ ਆਪਣੀ ਔਲਾਦ ਨੂੰ ਪਹਿਚਾਣਦੇ ਨੇ, ਮਗਰ ਇਹਨਾਂ ਦੇ ਵਿੱਚੋਂ ਇੱਕ ਗਿਰੋਹ ਜਾਣਦਿਆਂ ਬੁੱਝਦਿਆਂ ਹੱਕ ਨੂੰ ਛੁਪਾ ਰਿਹਾ। ਇਹ ਫੈਸਲਾ ਆਖਰੀ ਹੈ ਤੁਹਾਡੇ ਰੱਬ ਵੱਲੋਂ, ਲਿਹਾਜ਼ਾ ਤੁਸੀਂ ਇਹਦੇ ਮੁਤਲਕ ਹਰਗਿਜ਼ ਸ਼ੱਕ 'ਚ ਨਾ ਪੈਣਾ। ਹਰ ਇੱਕ ਦੇ ਵਾਸਤੇ ਇੱਕ ਰੁਖ ਹੈ ਜਿਹਦੇ ਵੱਲ ਉਹ ਮੁੜਦਾ ਹੈ। ਬਸ ਤੁਸੀਂ ਨਾ ਨੇਕੀਆਂ ਦੇ ਵੱਲ ਪਹਿਲ ਕਰਨ ਦੀ ਕੋਸ਼ਿਸ਼ ਕਰੋ। ਜਿੱਥੇ ਵੀ ਤੁਸੀਂ ਹੋਵੋਗੇ ਅੱਲਾ ਤੁਹਾਨੂੰ ਪਾ ਲਏਗਾ। ਉਹਦੀ ਕੁਦਰਤ ਤੋਂ ਕੋਈ ਵੀ ਚੀਜ਼ ਬਾਹਰ ਨਹੀਂ ਹੈਗੀ। ਤੁਹਾਡਾ ਗੁਜ਼ਰ ਜਿਹੜੇ ਵੀ ਮੁਕਾਮ 'ਤੇ ਹੋਵੇ ਉੱਥੋਂ ਹੀ ਆਪਣਾ ਰੁਖ ਜਿਹੜਾ ਨਾ ਉਹ ਮਸਜਿਦ ਹਰਾਮ ਵੱਲ ਫੇਰ ਲਓ, ਕਿਉਂਕਿ ਇਹ ਤੁਹਾਡੇ ਰੱਬ ਦਾ ਬਿਲਕੁਲ ਬਰਹੱਕ ਫੈਸਲਾ ਹੈ ਅਤੇ ਅੱਲਾ ਤੁਹਾਡੇ ਲੋਕਾਂ ਦੇ ਅਮਾਲ ਤੋਂ ਬੇਖਬਰ ਨਹੀਂ। ਅਤੇ ਜਿੱਥੋਂ ਵੀ ਤੁਹਾਡਾ ਗੁਜ਼ਰ ਹੋਵੇ ਆਪਣਾ ਰੁਖ ਮਸਜਿਦ ਹਰਾਮ ਵੱਲ ਫੇਰ ਲਿਆ ਕਰੋ ਅਤੇ ਜਿੱਥੇ ਵੀ ਤੁਸੀਂ ਹੋਵੋ ਇਹਦੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹੋ ਤਾਂ ਕਿ ਲੋਕਾਂ ਨੂੰ ਤੁਹਾਡੇ ਖਿਲਾਫ ਕੋਈ ਹੁਜਤ ਨਾ ਮਿਲੇ। ਹਾਂ, ਜਿਹੜੇ ਜ਼ਾਲਮ ਨੇ ਉਹਨਾਂ ਦੀਆਂ ਜ਼ੁਬਾਨਾਂ ਕਿਸੇ ਹਾਲ ਦੇ ਵਿੱਚ ਬੰਦ ਨਹੀਂ ਹੋਣਗੀਆਂ ਅਤੇ ਉਹਨਾਂ ਕੋਲੋਂ ਤੁਸੀਂ ਨਾ ਡਰੋ ਬਲਕਿ ਮੇਰੇ ਕੋਲੋਂ ਡਰੋ, ਇਸ ਲਈ ਕਿ ਮੈਂ ਤੁਹਾਡੇ 'ਤੇ ਆਪਣੀ ਨਿਅਮਤ ਪੂਰੀ ਕਰ ਦਿਆਂਗਾ ਅਤੇ ਇਸ ਤਵੱਕੋ ਦੇ ਉੱਤੇ ਕਿ ਮੇਰੇ ਇਸ ਹੁਕਮ ਦੀ ਪੈਰਵੀ ਨਾਲ ਤੁਸੀਂ ਵੀ ਉਸੇ ਤਰ੍ਹਾਂ ਫਲਾਹ ਦਾ ਰਸਤਾ ਪਾਓਗੇ। ਜਿਸ ਤਰ੍ਹਾਂ ਮੈਂ ਤੁਹਾਡੇ ਦਰਮਿਆਨ ਖੁਦ ਤੁਹਾਡੇ 'ਚੋਂ ਇੱਕ ਰਸੂਲ ਨੂੰ ਘੱਲਿਆ ਜਿਹੜਾ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਂਦਾ ਹੈ, ਤੁਹਾਡੀ ਜ਼ਿੰਦਗੀ ਸੰਵਾਰਦਾ ਹੈ, ਤੁਹਾਨੂੰ ਕਿਤਾਬ ਅਤੇ ਹਕਮਤ ਦੀ ਤਾਲੀਮ ਦਿੰਦਾ ਹੈ ਅਤੇ ਤੁਹਾਨੂੰ ਉਹ ਗੱਲਾਂ ਸਿਖਾਉਂਦਾ ਜਿਹੜੀਆਂ ਤੁਸੀਂ ਨਹੀਂ ਸੀ ਜਾਣਦੇ। ਲਿਹਾਜ਼ਾ ਤੁਸੀਂ ਮੈਨੂੰ ਯਾਦ ਰੱਖੋ, ਮੈਂ ਤੁਹਾਨੂੰ ਯਾਦ ਰੱਖਾਂਗਾ। ਤੁਸੀਂ ਮੇਰਾ ਸ਼ੁਕਰ ਅਦਾ ਕਰੋ ਅਤੇ ਮੇਰੀਆਂ ਨਿਅਮਤਾਂ ਦਾ ਇਨਕਾਰ ਨਾ ਕਰੋ। ਇਹ ਲੋਕੋ ਜਿਹੜੇ ਈਮਾਨ ਲਿਆਏ ਹੋ ਸਬਰ ਅਤੇ ਨਮਾਜ਼ ਕੋਲੋਂ ਮਦਦ ਲਵੋ। ਅੱਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ ਅਤੇ ਜਿਹੜੇ ਲੋਕ ਅੱਲਾ ਦੀ ਰਾਹ ਦੇ ਵਿੱਚ ਮਾਰੇ ਜਾਣ ਉਹਨਾਂ ਨੂੰ ਮੁਰਦਾ ਨਾ ਕਹੋ। ਇਹੋ ਜਿਹੇ ਲੋਕ ਤਾਂ ਹਕੀਕਤ ਵਿੱਚ ਜ਼ਿੰਦਾ ਨੇ, ਮਗਰ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦਾ ਸ਼ਊਰ ਨਹੀਂ। ਅਸੀਂ ਜ਼ਰੂਰ ਤੁਹਾਨੂੰ ਅਜ਼ਮਾਵਾਂਗੇ, ਖੌਫ ਨਾਲ, ਫਾਕਾਕਸ਼ੀ ਨਾਲ, ਜਾਨੋ ਮਾਲ ਦੇ ਨੁਕਸਾਨ ਨਾਲ, ਆਮਦਨੀਆਂ ਦੇ ਵਿੱਚ ਘਾਟਾ ਕਰਕੇ ਤੁਹਾਡੀ ਅਜ਼ਮਾਇਸ਼ ਕਰਾਂਗੇ। ਇਹਨਾਂ ਹਾਲਾਤ ਦੇ ਵਿੱਚ ਜਿਹੜੇ ਲੋਕ ਸਬਰ ਕਰਨਗੇ ਉਹਨਾਂ ਵਾਸਤੇ ਖੁਸ਼ਖਬਰੀ ਹੈ। ਅਤੇ ਉਹ ਲੋਕ ਜਿਨ੍ਹਾਂ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਅਤੇ ਕਹਿੰਦੇ ਨੇ ਕਿ ਅਸੀਂ ਅੱਲਾ ਦੇ ਹਾਂ ਅਤੇ ਅੱਲਾ ਲਈ ਅਸੀਂ ਲੌਟ ਕੇ ਜਾਣਾ ਹੈਗਾ, ਉਹਨਾਂ ਨੂੰ ਖੁਸ਼ਖਬਰੀ ਦੇ ਦਿਓ ਅਤੇ ਉਹਨਾਂ ਉੱਤੇ ਉਹਨਾਂ ਦੇ ਰੱਬ ਨੂੰ ਬੜੀਆਂ ਅਨਾਇਤ ਹੋਣਗੀਆਂ। ਉਹਨਾਂ ਦੇ ਉੱਤੇ ਰੱਬ ਦੀ ਰਹਿਮਤ ਸਾਇਆ ਕਰੇਗੀ ਅਤੇ ਇਹੀ ਲੋਕ ਜਿਹੜੇ ਨੇ ਉਹ ਸਿੱਧੇ ਰਸਤੇ ਉੱਤੇ ਨੇ। ਯਕੀਨਨ ਸਫਾ ਅਤੇ ਮਰਵਾ ਅੱਲਾ ਦੀਆਂ ਨਿਸ਼ਾਨੀਆਂ ਦੇ ਵਿੱਚੋਂ ਨੇ। ਲਿਹਾਜ਼ਾ ਜਿਹੜਾ ਸ਼ਖਸ ਬੈਤੁੱਲਾ ਦਾ ਹਜ ਜਾਂ ਉਮਰਾ ਕਰੇ ਉਹਦੇ ਵਾਸਤੇ ਕੋਈ ਗੁਨਾਹ ਦੀ ਗੱਲ ਨਹੀਂ ਕਿ ਇਹਨਾਂ ਦੋਨਾਂ ਪਹਾੜੀਆਂ ਦੇ ਦਰਮਿਆਨ ਸਹੀ ਕਰ ਲਏ। ਜਿਹੜਾ ਆਪਣੀ ਖੁਸ਼ੀ ਦੇ ਨਾਲ ਕੋਈ ਵੀ ਭਲਾਈ ਦਾ ਕੰਮ ਕਰੇਗਾ ਅੱਲਾ ਨੂੰ ਉਹਦਾ ਇਲਮ ਹੈ ਅਤੇ ਉਹ ਉਹਦੀ ਕਦਰ ਕਰਨ ਵਾਲਾ ਹੈ। ਜਿਹੜੇ ਲੋਕ ਸਾਡੀਆਂ ਨਾਜ਼ਲ ਕੀਤੀਆਂ ਹੋਈਆਂ ਰੋਸ਼ਨ ਤਾਲੀਮਾਤ ਅਤੇ ਹਦਾਇਤ ਨੂੰ ਛੁਪਾਉਂਦੇ ਨੇ, ਹਾਲਾਂਕਿ ਅਸੀਂ ਸਾਰੇ ਇਨਸਾਨਾਂ ਦੀ ਰਹਿਨੁਮਾਈ ਵਾਸਤੇ ਆਪਣੀ ਕਿਤਾਬ ਵਿੱਚ ਬਿਆਨ ਕਰ ਚੁੱਕੇ ਹਾਂ। ਯਕੀਨ ਜਾਣੋ ਅੱਲਾ ਵੀ ਉਹਨਾਂ ਦੇ ਉੱਤੇ ਲਾਨਤ ਕਰਦਾ ਅਤੇ ਸਾਰੇ ਲਾਨਤ ਕਰਨ ਵਾਲੇ ਵੀ ਉਹਨਾਂ 'ਤੇ ਲਾਨਤ ਪਈਦੇ ਨੇ। ਅਲਬੱਤਾ ਜਿਹੜਾ ਇਸ
ਆਪਣੇ ਕੰਮ ਤੋਂ ਬਾਜ਼ ਆ ਜਾਏ, ਆਪਣੇ ਅਮਲ ਦੀ ਇਸਲਾਹ ਕਰ ਲਵੇ ਅਤੇ ਜੋ ਕੁਛ ਛੁਪਾਉਂਦਾ ਸੀ ਉਹਨੂੰ ਬਿਆਨ ਕਰਨ ਲੱਗ ਪਵੇ ਅਤੇ ਉਹਨਾਂ ਨੂੰ ਅੱਲਾ ਕਰੀਮ ਮਾफ़ ਕਰੇਗਾ ਅਤੇ ਅੱਲਾ ਕਰੀਮ ਬੜਾ ਦਰਗੁਜ਼ਰ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈਗਾ। ਜਿਨ੍ਹਾਂ ਲੋਕਾਂ ਨੇ ਕੁਫਰ ਦਾ ਰਵੱਈਆ ਇਖਤਿਆਰ ਕੀਤਾ ਹੈ ਅਤੇ ਕੁਫਰ ਦੀ ਹਾਲਤ ਵਿੱਚ ਜਾਨ ਦੇ ਦਿੱਤੀ ਹੈ, ਉਹਨਾਂ ਦੇ ਉੱਤੇ ਅੱਲਾ ਅਤੇ ਉਹਦੇ ਫਰਿਸ਼ਤੇ ਅਤੇ ਸਾਰੇ ਇਨਸਾਨਾਂ ਦੀ ਲਾਨਤ ਹੈ। ਇਸ ਲਾਨਤ ਦੀ ਹਾਲਤ ਵਿੱਚ ਉਹ ਹਮੇਸ਼ਾ ਰਹਿਣਗੇ, ਨਾ ਉਹਨਾਂ ਦੀ ਸਜ਼ਾ ਦੇ ਵਿੱਚ ਕੋਈ ਘਾਟਾ ਹੋਏਗਾ ਅਤੇ ਨਾ ਉਹਨਾਂ ਨੂੰ ਕੋਈ ਦੂਸਰੀ ਮੋਹਲਤ ਦਿੱਤੀ ਜਾਏਗੀ। ਤੁਹਾਡਾ ਖੁਦਾ ਇੱਕ ਹੀ ਖੁਦਾ ਹੈ, ਉਸ ਰਹਿਮਾਨ ਅਤੇ ਰਹੀਮ ਤੋਂ ਸਿਵਾ ਕੋਈ ਹੋਰ ਖੁਦਾ ਨਹੀਂ ਹੈ। ਇਸ ਹਕੀਕਤ ਨੂੰ ਪਹਿਚਾਨਣ ਵਾਸਤੇ ਅਗਰ ਕੋਈ ਨਿਸ਼ਾਨੀ ਅਤੇ ਅਲਾਮਤ ਦਰਕਾਰ ਹੈ ਅਤੇ ਜਿਹੜੇ ਲੋਕ ਅਕਲ ਕੋਲੋਂ ਕੰਮ ਲੈਂਦੇ ਨੇ, ਉਹਨਾਂ ਦੇ ਵਾਸਤੇ ਅਸਮਾਨਾਂ ਅਤੇ ਜ਼ਮੀਨਾਂ ਦੀ ਸਾਖਤ ਵਿੱਚ, ਰਾਤ ਅਤੇ ਦਿਨ ਦੇ ਇੱਕ ਦੂਸਰੇ ਦੇ ਬਾਅਦ ਆਉਣ ਵਿੱਚ, ਉਹਨਾਂ ਕਿਸ਼ਤੀਆਂ 'ਚ ਜਿਹੜੀਆਂ ਇਨਸਾਨਾਂ ਦੀਆਂ ਨਫੇ ਦੀਆਂ ਚੀਜ਼ਾਂ ਲੈਂਦੀਆਂ ਦਰਿਆਵਾਂ ਦੇ ਸਮੁੰਦਰਾਂ 'ਚ ਚੱਲਦੀਆਂ ਫਿਰਦੀਆਂ ਨੇ, ਬਾਰਿਸ਼ ਦੇ ਉਸ ਪਾਣੀ 'ਚ ਜਿਹੜਾ ਅੱਲਾ ਕਰੀਮ ਉੱਤੋਂ ਵਸਾਉਂਦਾ ਹੈ, ਫਿਰ ਉਹਦੇ ਜ਼ਰੀਏ ਜ਼ਮੀਨ ਨੂੰ ਜ਼ਿੰਦਗੀ ਬਖਸ਼ਦਾ ਹੈ, ਫਿਰ ਆਪਣੇ ਐਸੇ ਇੰਤਜ਼ਾਮ ਦੀ ਬਦੌਲਤ ਜ਼ਮੀਨ ਵਿੱਚ ਹਰ ਕਿਸਮ ਦੇ ਜਾਨਦਾਰ ਮਖਲੂਕ ਫੈਲਾ ਦਿੰਦਾ ਹੈ। ਹਵਾਵਾਂ ਦੀ ਗਰਦਿਸ਼ਾਂ ਦੇ ਵਿੱਚ, ਉਹਨਾਂ ਬਾਦਲਾਂ ਦੇ ਵਿੱਚ ਜਿਹੜੇ ਅਸਮਾਨ ਅਤੇ ਜ਼ਮੀਨ ਦੇ ਦਰਮਿਆਨ ਤਾਬੇ ਫਰਮਾਨ ਬਣਾ ਕੇ ਰੱਖੇ ਗਏ ਨੇ, ਬੇਸ਼ੁਮਾਰ ਨਿਸ਼ਾਨੀਆਂ ਨੇ। ਮਗਰ ਕੁਛ ਲੋਕ ਇਹੋ ਜਿਹੇ ਨੇ ਜਿਹੜੇ ਅੱਲਾ ਤੋਂ ਸਿਵਾ ਦੂਸਰਿਆਂ ਲੋਕਾਂ ਨੂੰ ਉਹਦਾ ਹਮਸਰ ਅਤੇ ਉਹਦਾ ਮੁਕਾਬਲ ਬਣਾ ਲੈਂਦੇ ਨੇ। ਉਹਨਾਂ ਨਾਲ ਇਸ ਤਰ੍ਹਾਂ ਦੀ ਮੁਹੱਬਤ ਕਰਦੇ ਨੇ ਜਿਹੋ ਜਿਹੀ ਅੱਲਾ ਦੇ ਨਾਲ ਮੁਹੱਬਤ ਹੋਣੀ ਚਾਹੀਦੀ ਹੈ। ਹਾਲਾਂਕਿ ਈਮਾਨ ਰੱਖਣ ਵਾਲੇ ਲੋਕ ਜਿਹੜੇ ਨੇ ਉਹ ਸਭ ਤੋਂ ਵੱਧ ਕੇ ਅੱਲਾ ਨੂੰ ਮਹਿਬੂਬ ਰੱਖਦੇ ਨੇ। ਕਾਸ਼ ਜੋ ਕੁਛ ਅਜ਼ਾਬ ਨੂੰ ਸਾਹਮਣੇ ਵੇਖ ਕੇ ਇਹਨਾਂ ਨੂੰ ਅਕਲ ਆਉਣ ਵਾਲੀ ਹੈ, ਜੋ ਕੁਛ ਇਹਨਾਂ ਨੂੰ ਸੋਚ ਆਉਣ ਵਾਲੀ ਹੈ, ਉਹ ਅੱਜ ਹੀ ਇਹਨਾਂ ਜ਼ਾਲਮਾਂ ਨੂੰ ਸੁੱਝ ਜਾਏ, ਅੱਜ ਹੀ ਇਹਨਾਂ ਨੂੰ ਪਤਾ ਲੱਗ ਜਾਏ, ਅੱਜ ਹੀ ਇਹ ਸੋਚ ਲੈਣ ਕਿ ਸਾਰੀਆਂ ਤਾਕਤਾਂ ਅਤੇ ਸਾਰੇ ਇਖਤਿਆਰਾਤ ਅੱਲਾ ਹੀ ਦੇ ਕਬਜ਼ੇ ਦੇ ਵਿੱਚ ਨੇ ਅਤੇ ਇਹ ਕਿ ਅੱਲਾ ਸਜ਼ਾ ਦੇਣ ਦੇ ਵਿੱਚ ਵੀ ਬਹੁਤ ਸਖਤ ਹੈ। ਜਦੋਂ ਉਹ ਸਜ਼ਾ ਦੇਗਾ ਉਸ ਵਕਤ ਕਫੀਅਤ ਇਹ ਹੋਏਗੀ ਕਿ ਉਹੀ ਇਹਨਾਂ ਦੇ ਪੇਸ਼ਵਾ ਅਤੇ ਇਮਾਮ ਅਤੇ ਰਹਿਨੁਮਾ ਜਿਨ੍ਹਾਂ ਦੀ ਦੁਨੀਆ ਦੇ ਵਿੱਚ ਪੈਰਵੀ ਕੀਤੀ ਗਈ ਸੀ, ਇਹਨਾਂ ਕੋਲੋਂ ਨਾ ਬੇਤਅਲਕੀ ਦਾ ਇਜ਼ਹਾਰ ਕਰ ਦੇਣਗੇ, ਮਗਰ ਸਜ਼ਾ ਪਾ ਕੇ ਰਹਿਣਗੇ। ਇਹਨਾਂ ਦੇ ਸਾਰੇ ਅਸਬਾਬ ਅਤੇ ਸਾਰੇ ਵਸਾਇਲ ਦਾ ਸਿਲਸਿਲਾ ਜਿਹੜਾ ਨਾ ਉਹ ਕੱਟ ਹੋ ਜਾਏਗਾ। ਉਹ ਲੋਕ ਜਿਹੜੇ ਦੁਨੀਆ 'ਤੇ ਇਹਨਾਂ ਦੀ ਪੈਰਵੀ ਕਰਦੇ ਸਨ ਕਹਿਣਗੇ ਕਾਸ਼ ਸਾਨੂੰ ਇੱਕ ਮੌਕਾ ਹੋਰ ਦਿੱਤਾ ਜਾਏ ਅਤੇ ਜਿਸ ਤਰ੍ਹਾਂ ਅੱਜ ਇਹ ਸਾਡੇ ਕੋਲੋਂ ਬੇਜ਼ਾਰੀ ਜ਼ਾਹਿਰ ਕਰ ਰਹੇ ਨੇ ਨਾ, ਅਸੀਂ ਇਹਨਾਂ ਕੋਲੋਂ ਬੇਜ਼ਾਰ ਹੋ ਕੇ ਵਹਾ ਦਈਏ। ਅਤੇ ਅੱਲਾ ਇਹਨਾਂ ਲੋਕਾਂ ਨੂੰ ਉਹ ਅਮਾਲ ਜਿਹੜੇ ਦੁਨੀਆ 'ਤੇ ਇਹ ਕਰ ਰਹੇ ਨੇ, ਇਹਨਾਂ ਦੇ ਸਾਹਮਣੇ ਇਸ ਤਰ੍ਹਾਂ ਲੈ ਕੇ ਆਏਗਾ ਕਿ ਇਹ ਹਸਰਤਾਂ ਅਤੇ ਪਰੇਸ਼ਾਨੀਆਂ ਦੇ ਵਿੱਚ ਨਾ ਆਪਣੇ ਹੱਥ ਮਲਣਗੇ, ਮਗਰ ਅੱਗ ਤੋਂ ਨਿਕਲਣ ਦੀ ਕੋਈ ਰਾਹ ਨਹੀਂ ਇਹਨਾਂ ਨੂੰ ਨਜ਼ਰ ਆਉਣੀ। ਲੋਕੋ, ਜ਼ਮੀਨ ਦੇ ਉੱਤੇ ਜਿਹੜੀਆਂ ਹਲਾਲ ਅਤੇ ਪਾਕ ਚੀਜ਼ਾਂ ਨੇ ਉਹਨਾਂ ਨੂੰ ਖਾਓ ਅਤੇ ਸ਼ੈਤਾਨ ਦੇ ਦੱਸੇ ਹੋਏ ਰਸਤੇ 'ਤੇ ਨਾ ਚੱਲੋ, ਉਹ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਇਹ ਤੁਹਾਨੂੰ ਬਦੀ ਅਤੇ ਫੋਹਸ਼ ਦਾ ਹੁਕਮ ਦਿੰਦਾ ਹੈ ਅਤੇ ਸਿਖਾਉਂਦਾ ਹੈ ਕਿ ਤੁਸੀਂ ਅੱਲਾ ਦੇ ਨਾਂ 'ਤੇ ਉਹ ਗੱਲਾਂ ਕਹੋ ਜਿਨ੍ਹਾਂ ਦੇ ਮਤਲਬ ਤੁਹਾਨੂੰ ਬਿਲਕੁਲ ਇਲਮ ਨਹੀਂ ਕਿ ਅੱਲਾ ਨੇ ਕਹੀਆਂ ਨੇ ਕਿ ਨਹੀਂ। ਇਹਨਾਂ ਨੂੰ ਜਦੋਂ ਕਿਹਾ ਜਾਂਦਾ ਹੈ ਕਿ ਅੱਲਾ ਨੇ ਜਿਹੜੇ ਹਕਾਮ ਨਾਜ਼ਲ ਕੀਤੇ ਨੇ ਉਹਨਾਂ ਦੀ ਪੈਰਵੀ ਕਰੋ, ਅਤੇ ਇਹ ਜਵਾਬ ਦਿੰਦੇ ਨੇ ਅਸੀਂ ਤਾਂ ਉਸੇ ਤਰੀਕੇ ਦੀ ਪੈਰਵੀ ਕਰਾਂਗੇ ਜਿਹਦੇ 'ਤੇ ਅਸੀਂ ਆਪਣੇ ਬਾਪ ਦਾਦਾ ਨੂੰ ਪਾਇਆ। ਅੱਛਾ, ਅਗਰ ਇਹਨਾਂ ਦੇ ਬਾਪ ਦਾਦਾ ਨੇ ਅਕਲ ਕੋਲੋਂ ਕੁਛ ਕੰਮ ਨਹੀਂ ਲਿਆ ਅਤੇ ਸਿੱਧੀ ਰਾਹ ਉਹਨਾਂ ਨੇ ਨਹੀਂ ਪਾਈ, ਅਤੇ ਕੀ ਫਿਰ ਇਹ ਵੀ ਉਹਨਾਂ ਦੀ ਪੈਰਵੀ ਕਰਦੇ ਜਾਣਗੇ? ਉਹ ਲੋਕ ਜਿਨ੍ਹਾਂ ਨੇ ਖੁਦਾ ਦੇ ਦੱਸੇ ਹੋਏ ਤਰੀਕੇ 'ਤੇ ਚੱਲਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਦੀ ਹਾਲਤ ਬਿਲਕੁਲ ਇਹੋ ਜਿਹੀ ਹੈ ਜਿਸ ਤਰ੍ਹਾਂ ਇੱਕ ਚਰਵਾਹਾ ਜਿਹੜਾ ਉਹ ਜਾਨਵਰਾਂ ਨੂੰ ਪੁਕਾਰਦਾ ਹੈ ਅਤੇ ਉਹ ਜਾਨਵਰ ਜਿਹੜੇ ਨੇ ਉਹਦੀ ਪੁਕਾਰ ਸੁਣਨ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਕਰ ਸਕਦੇ। ਇਹ ਬਹਿਰੇ ਨੇ, ਗੂੰਗੇ ਨੇ, ਅੰਨੇ ਨੇ, ਇਸ ਕਰਕੇ ਕੋਈ ਗੱਲ ਇਹਨਾਂ ਦੀ ਸਮਝ 'ਚ ਨਹੀਂ ਆਉਂਦੀ। ਇਹ ਲੋਗੋ ਜਿਹੜੇ ਈਮਾਨ ਲਿਆਇਓ, ਅਗਰ ਹਕੀਕਤ ਦੇ ਵਿੱਚ ਅੱਲਾ ਹੀ ਦੀ ਬੰਦਗੀ ਕਰਨ ਵਾਲੇ ਹੋ, ਜਿਹੜੀਆਂ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖਸ਼ੀਆਂ ਨੇ ਉਹਨਾਂ ਨੂੰ ਬੇਤਕੱਲੁਫ ਖਾਓ ਅਤੇ ਅੱਲਾ ਦਾ ਸ਼ੁਕਰ ਅਦਾ ਕਰੋ। ਅੱਲਾ ਦੇ ਵੱਲੋਂ ਅਗਰ ਕੋਈ ਪਾਬੰਦੀ ਤੁਹਾਡੇ ਉੱਤੇ ਵੇ ਤਾਂ ਇਹ ਹੈ ਕਿ ਮੁਰਦਾਰ ਨਾ ਖਾਓ, ਖੂਨ ਅਤੇ ਸੂਰ ਦੇ ਗੋਸ਼ਤ ਤੋਂ ਪਰਹੇਜ਼ ਕਰੋ, ਕੋਈ ਐਸੀ ਚੀਜ਼ ਨਾ ਖਾਓ ਜਿਹਦੇ 'ਤੇ ਅੱਲਾ ਤੋਂ ਸਿਵਾ ਕਿਸੇ ਹੋਰ ਦਾ ਨਾਂ ਲਿੱਤਾ ਗਿਆ ਹੋਵੇ। ਹਾਂ, ਜਿਹੜਾ ਸ਼ਖਸ ਮਜਬੂਰੀ ਦੀ ਹਾਲਤ ਵਿੱਚ ਹੋਵੇ, ਇਹਨਾਂ 'ਚੋਂ ਕੋਈ ਚੀਜ਼ ਖਾ ਲਵੇ ਬਗੈਰ ਇਹਦੇ ਕਿ ਕਾਨੂੰਨ ਸ਼ਿਕਨੀ ਦਾ ਇਰਾਦਾ ਰੱਖਦਾ ਹੋਵੇ, ਉਹ ਜ਼ਰੂਰਤ ਦੀ ਹੱਦ ਤੋਂ ਤਜਾਵਜ਼ ਨਾ ਕਰੇ ਅਤੇ ਉਹਦੇ 'ਤੇ ਕੋਈ ਗੁਨਾਹ ਨਹੀਂ। ਅੱਲਾ ਬਖਸ਼ਣ ਵਾਲਾ ਅਤੇ ਰਹਿਮ ਕਰਨ ਵਾਲਾ ਹੈ। ਹੱਕ ਇਹ ਵੇ ਕਿ ਜਿਹੜੇ ਲੋਕ ਇਹਨਾਂ ਅਹਕਾਮਾਤ ਨੂੰ ਛੁਪਾਉਂਦੇ ਨੇ, ਜਿਹੜੇ ਅੱਲਾ ਨੇ ਆਪਣੀ ਕਿਤਾਬ ਵਿੱਚ ਨਾਜ਼ਲ ਕੀਤੇ ਨੇ, ਅਤੇ ਥੋੜ੍ਹੇ ਜਿਹਾ ਦੁਨਿਆਵੀ ਫਾਇਦੇ ਉੱਤੇ ਉਹਨਾਂ ਨੂੰ ਕੁਰਬਾਨ ਕਰ ਛੱਡਦੇ ਨੇ, ਉਹ ਦਰਅਸਲ ਆਪਣੇ ਢਿੱਡ ਅੱਗ ਦੇ ਨਾਲ ਭਰਦੇ ਨੇ ਪਏ। ਕਿਆਮਤ ਦੇ ਰੋਜ਼ ਅੱਲਾ ਹਰਗਿਜ਼ ਉਹਨਾਂ ਦੀ ਗੱਲ ਨਹੀਂ ਸੁਣੇਗਾ, ਨਾ ਉਹਨਾਂ ਨੂੰ ਪਾਕ ਕਰੇਗਾ, ਉਹਨਾਂ ਵਾਸਤੇ ਦਰਦਨਾਕ ਸਜ਼ਾ ਹੈ। ਉਹ ਲੋਕ ਜਿਨ੍ਹਾਂ ਨੇ ਹਦਾਇਤ ਦੇ ਬਦਲੇ ਜ਼ਲਾਲਤ ਖਰੀਦੀ ਤਾਂ ਮਗਫਰਤ ਦੇ ਬਦਲੇ ਅਜ਼ਾਬ ਖਰੀਦ ਲਿਆ, ਕਿਹੋ ਜਿਹਾ ਅਜੀਬ ਉਹਨਾਂ ਦਾ ਹੌਸਲਾ ਹੈ ਕਿ ਉਹ ਜਹੰਨਮ ਦਾ ਅਜ਼ਾਬ ਬਰਦਾਸ਼ਤ ਕਰਨ ਵਾਸਤੇ ਤਿਆਰ ਨੇ। ਇਹ ਸਭ ਕੁਛ ਇਸ ਵਜ੍ਹਾ ਤੋਂ ਹੋਇਆ ਕਿ ਅੱਲਾ ਨੇ ਤਾਂ ਠੀਕ ਠੀਕ ਹੱਕ ਦੇ ਮੁਤਾਬਕ ਕਿਤਾਬ ਨਾਜ਼ਲ ਕੀਤੀ ਸੀ, ਮਗਰ ਜਿਨ੍ਹਾਂ ਲੋਕਾਂ ਨੇ ਕਿਤਾਬ ਦੇ ਵਿੱਚ ਇਖਤਲਾਫਾਤ ਕੱਢੇ ਅਤੇ ਆਪਣੇ ਝਗੜਿਆਂ ਦੇ ਵਿੱਚ ਹੱਕ ਤੋਂ ਬਹੁਤ ਦੂਰ ਨਿਕਲ ਗਏ। ਨੇਕੀ ਇਹ ਨਹੀਂ ਕਿ ਤੁਸੀਂ ਆਪਣੇ ਚਿਹਰੇ ਮਸ਼ਰਕ ਵੱਲ ਕਰ ਲਓ ਜਾਂ ਮਗਰਬ ਵੱਲ, ਬਲਕਿ ਨੇਕੀ ਇਹ ਵੇ ਕਿ ਆਦਮੀ ਅੱਲਾ ਨੂੰ ਅਤੇ ਯੌਮ ਆਖਰ ਨੂੰ ਅਤੇ ਮਲਾਇਕਾ ਨੂੰ, ਅੱਲਾ ਦੀਆਂ ਨਾਜ਼ਲ ਕੀਤੀਆਂ ਹੋਈਆਂ ਕਿਤਾਬਾਂ ਨੂੰ ਅਤੇ ਉਹਦੇ ਪੈਗੰਬਰਾਂ ਨੂੰ ਆਪਣੇ ਦਿਲ ਕੋਲੋਂ ਮੰਨੇ, ਅਤੇ ਅੱਲਾ ਦੀ ਮੁਹੱਬਤ ਦੇ ਵਿੱਚ ਆਪਣਾ ਦਿਲ ਪਸੰਦ ਮਾਲ, ਰਿਸ਼ਤੇਦਾਰ, ਯਤੀਮ, ਮਸਕੀਨ, ਮੁਸਾਫਰ ਅਤੇ ਮਦਦ ਵਾਸਤੇ ਹੱਥ ਫੈਲਾਉਣ ਵਾਲੇ ਅਤੇ ਗੁਲਾਮਾਂ ਦੀ ਰਿਹਾਈ 'ਤੇ ਖਰਚ ਕਰੇ, ਨਮਾਜ਼ ਕਾਇਮ ਕਰੇ, ਜ਼ਕਾਤ ਦੇਵੇ। ਨੇਕ ਉਹ ਲੋਕ ਨੇ ਜਿਹੜੇ ਅਹਿਦ ਕਰਦੇ ਨੇ ਅਤੇ ਉਹਨੂੰ ਪੂਰਾ ਕਰਦੇ ਨੇ, ਅਤੇ ਤੰਗ ਦਸਤੀ ਅਤੇ ਮੁਸੀਬਤ ਦੇ ਵਕਤ ਦੇ ਵਿੱਚ
ਤੇ ਹੱਕ ਬਾਤਲ ਦੀ ਜੰਗ ਵਿੱਚ ਸਬਰ ਕਰਦੇ ਨੇ। ਇਹ ਰਾਸ਼ਟਬਾਜ਼ ਲੋਕ ਨੇ ਤੇ ਇਹੀ ਲੋਕ ਮੁੱਤਕੀ ਨੇ। ਇਹ ਲੋਗੋ ਜਿਹੜੇ ਈਮਾਨ ਲਿਆਇਓ, ਤੁਹਾਡੇ ਵਾਸਤੇ ਕਤਲ ਦੇ ਮੁਕੱਦਮਿਆਂ ਦੇ ਵਿੱਚ ਕਸਾਸ ਦਾ ਹੁਕਮ ਲਿਖ ਦਿੱਤਾ ਗਿਆ। ਆਜ਼ਾਦ ਆਦਮੀ ਨੇ ਕਤਲ ਕੀਤਾ ਹੋਵੇ ਤੇ ਆਜ਼ਾਦ ਕੋਲੋਂ ਹੀ ਬਦਲਾ ਲਿੱਤਾ ਜਾਏ। ਗੁਲਾਮ ਕਤਲ ਹੋਵੇ ਤੇ ਗੁਲਾਮ ਕੋਲੋਂ ਹੀ ਕਤਲ ਦਾ ਬਦਲਾ ਲਿੱਤਾ ਜਾਏ। ਔਰਤ ਇਸ ਜੁਰਮ ਦੀ ਮੁਰਤਕਿਬ ਹੋਵੇ ਤੇ ਉਸ ਔਰਤ ਕੋਲੋਂ ਹੀ ਕਸਾਸ ਲਿੱਤਾ ਜਾਏ। ਹਾਂ, ਅਗਰ ਕਿਸੇ ਕਾਤਲ ਦੇ ਨਾਲ ਉਹਦਾ ਕੋਈ ਭਰਾ ਕੋਈ ਨਰਮੀ ਕਰਨ ਵਾਸਤੇ ਤਿਆਰ ਹੋਵੇ ਤੇ ਮਾਰੂਫ ਤਰੀਕੇ ਦੇ ਮੁਤਾਬਕ ਖੂਨ ਬਹਾ ਦਾ ਜਿਹੜਾ ਵੀ ਫੈਸਲਾ ਹੋਵੇ, ਉਹ ਕਾਤਲ ਨੂੰ ਲਾਜ਼ਮ ਹੈ ਕਿ ਸਹੀ ਤਰੀਕੇ ਦੇ ਨਾਲ ਖੂਨ ਬਹਾ ਅਦਾ ਕਰੇ। ਇਹ ਤੁਹਾਡੇ ਰੱਬ ਵੱਲੋਂ ਤਖਫੀਫ ਤੇ ਰਹਿਮਤ ਹੈ ਤੇ ਉਹਦੇ ਵਾਸਤੇ ਵੀ ਜਿਹੜਾ ਜ਼ਿਆਦਤੀ ਕਰੇ ਦਰਦਨਾਕ ਸਜ਼ਾ ਹੈਗੀ ਹੈ। ਅਕਲ ਤੇ ਸੋਚਣ ਵਾਲਿਓ, ਅਕਲ ਰੱਖਣ ਵਾਲਿਓ ਤੇ ਸੋਚਣ ਵਾਲਿਓ, ਤੁਹਾਡੇ ਵਾਸਤੇ ਕਸਾਸ ਵਿੱਚ ਜ਼ਿੰਦਗੀ ਹੈ। ਉਮੀਦ ਹੈ ਕਿ ਤੁਸੀਂ ਇਸ ਕਾਨੂੰਨ ਦੀ ਖਿਲਾਫ ਵਰਜ਼ੀ ਤੋਂ ਪਰਹੇਜ਼ ਕਰੋਗੇ। ਤੁਹਾਡੇ 'ਤੇ ਫਰਜ਼ ਕੀਤਾ ਗਿਆ ਕਿ ਜਦੋਂ ਤੁਹਾਡੇ 'ਚੋਂ ਕਿਸੇ ਦੀ ਮੌਤ ਦਾ ਵਕਤ ਆਏ ਤੇ ਆਪਣੇ ਪਿੱਛੇ ਉਹ ਮਾਲ ਛੱਡ ਰਿਹਾ ਹੋਵੇ ਤੇ ਵਾਲਦੈਨ ਤੇ ਰਿਸ਼ਤੇਦਾਰਾਂ ਵਾਸਤੇ ਮਾਰੂਫ ਤਰੀਕੇ ਦੇ ਨਾਲ ਵਸੀਅਤ ਕਰੇ। ਇਹ ਹੱਕ ਹੈ ਮੁੱਤਕੀ ਲੋਕਾਂ ਦੇ। ਫਿਰ ਜਿਨ੍ਹਾਂ ਨੇ ਵਸੀਅਤ ਸੁਣੀ ਬਾਅਦ ਵਿੱਚ ਉਹਨੂੰ ਬਦਲ ਦਿੱਤਾ ਤੇ ਉਹਦਾ ਗੁਨਾਹ ਉਹਨਾਂ ਬਦਲਣ ਵਾਲਿਆਂ ਦੇ ਉੱਤੇ ਹੋਏਗਾ। ਅੱਲਾ ਸਭ ਕੁਝ ਸੁਣਦਾ ਤੇ ਸਭ ਕੁਝ ਜਾਣਦਾ। ਅਲਬੱਤਾ ਜਿਹਨੂੰ ਇਹ ਅੰਦੇਸ਼ਾ ਹੋਵੇ ਕਿ ਵਸੀਅਤ ਕਰਨ ਵਾਲਿਆਂ ਨੇ ਨਾ ਦਾਨਿਸਤਾ ਜਾਂ ਕਸਦਨ ਹੱਕ ਤਲਫੀ ਕੀਤੀ ਹੈ, ਫਿਰ ਇਸ ਮਾਮਲੇ 'ਤੇ ਤਾਲੁਕ ਰੱਖਣੇ ਵਾਲਿਆਂ ਦੇ ਦਰਮਿਆਨ ਉਹ ਇਸਲਾਹ ਕਰੇ ਤਾਂ ਉੱਤੇ ਕੋਈ ਗੁਨਾਹ ਨਹੀਂ। ਅੱਲਾ ਬਖਸ਼ਣ ਵਾਲਾ ਤੇ ਰਹਿਮ ਫਰਮਾਨ ਵਾਲਾ। ਇਹ ਲੋਕੋ ਜਿਹੜੇ ਈਮਾਨ ਲਿਆਏ ਹੋ, ਤੁਹਾਡੇ 'ਤੇ ਰੋਜ਼ੇ ਫਰਜ਼ ਕਰ ਦਿੱਤੇ ਗਏ ਨੇ, ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੇ ਅੰਬੀਆ ਅਲੈਹਿਮੁਸਸਲਾਮ ਦੇ ਜਿਹੜੇ ਪੈਰੋਕਾਰ ਸਨ ਉਹਨਾਂ 'ਤੇ ਫਰਜ਼ ਕੀਤੇ ਗਏ ਸਨ। ਇਹ ਤੋਂ ਤਵੱਕੋ ਹੈ ਕਿ ਤੁਸੀਂ ਤਕਵੇ ਜਿਹੜਾ ਨਾ ਉਹਦੀ ਸਿਫਤ ਪੈਦਾ ਹੋਏਗੀ ਤੁਹਾਡੇ 'ਚ। ਚੰਦ ਮੁਕਰਰ ਦਿਨਾਂ ਦੇ ਰੋਜ਼ੇ ਨੇ, ਅਗਰ ਤੁਸੀਂ ਤੁਹਾਡੇ 'ਚੋਂ ਕੋਈ ਬਿਮਾਰ ਹੋਵੇ ਜਾਂ ਸਫ਼ਰ 'ਤੇ ਜਾਂ ਦੂਸਰੇ ਦਿਨਾਂ ਦੇ ਵਿੱਚ ਹੀ ਨਾ ਫਿਰ ਇੰਨੀ ਤਾਦਾਦ ਪੂਰੀ ਕਰ ਲਵੇ। ਉਹ ਲੋਕ ਜਿਹੜੇ ਰੋਜ਼ਾ ਰੱਖਣ ਦੀ ਕੁਦਰਤ ਰੱਖਦੇ ਨੇ, ਨਾ ਰੱਖਣ ਤੇ ਫਿਦਿਆ ਦੇਣ। ਇੱਕ ਰੋਜ਼ੇ ਦਾ ਫਿਦਿਆ ਇੱਕ ਮਸਕੀਨ ਨੂੰ ਖਾਣਾ ਖਿਲਾਣਾ ਹੈ ਤੇ ਜਿਹੜਾ ਆਪਣੀ ਖੁਸ਼ੀ ਦੇ ਨਾਲ ਜ਼ਿਆਦਾ ਭਲਾਈ ਕਰੇ ਤੇ ਉਹਦੇ ਵਾਸਤੇ ਬਿਹਤਰ ਹੈ। ਲੇਕਿਨ ਅਗਰ ਤੁਸੀਂ ਸਮਝੋ ਤਾਂ ਤੁਹਾਡੇ ਹੱਕ ਦੇ ਵਿੱਚ ਅੱਛਾ ਇਹ ਹੀ ਹੈ ਕਿ ਤੁਸੀਂ ਰੋਜ਼ਾ ਰੱਖੋ। ਰਮਜ਼ਾਨ ਉਹ ਮਹੀਨਾ ਜਿਹਦੇ 'ਚ ਕੁਰਾਨ ਨਾਜ਼ਲ ਕੀਤਾ ਗਿਆ, ਜਿਹੜਾ ਇਨਸਾਨਾਂ ਵਾਸਤੇ ਸਰਾਸਰ ਹਦਾਇਤ ਹੈ ਤੇ ਇਹੋ ਜਿਹੀਆਂ ਵਾਜ਼ੇ ਤਲੀਮਾਤ ਦੇ ਉੱਤੇ ਮੁਸ਼ਤਮਿਲ ਹੈਗਾ, ਜਿਹੜਾ ਸਿੱਧਾ ਰਾਹ ਵਿਖਾਉਣ ਵਾਲੀ ਤੇ ਹੱਕ ਤੇ ਬਾਤਲ ਦਾ ਫਰਕ ਖੋਲ੍ਹ ਕੇ ਰੱਖ ਦੇਣ ਵਾਲੀ ਹੈ। ਲਿਹਾਜ਼ਾ ਹੁਣ ਤੁਹਾਡੇ ਤੋਂ ਜਿਹੜਾ ਸ਼ਖਸ ਇਸ ਮਹੀਨੇ ਨੂੰ ਪਾਏ ਉਹਦੇ 'ਤੇ ਲਾਜ਼ਮ ਹੈ ਕਿ ਇਸ ਪੂਰੇ ਮਹੀਨੇ ਦੇ ਰੋਜ਼ੇ ਰੱਖੇ। ਜਿਹੜਾ ਕੋਈ ਮਰੀਜ਼ ਹੋਵੇ ਜਾਂ ਸਫ਼ਰ 'ਤੇ ਹੋਵੇ ਤਾਂ ਦੂਸਰੇ ਦਿਨਾਂ ਦੇ ਵਿੱਚ ਰੋਜ਼ਿਆਂ ਦੀ ਤਾਦਾਦ ਪੂਰੀ ਕਰ ਲਵੇ। ਅੱਲਾ ਤੁਹਾਡੇ ਨਾਲ ਨਰਮੀ ਕਰਨਾ ਚਾਹੁੰਦਾ, ਸਖਤੀ ਕਰਨਾ ਨਹੀਂ ਚਾਹੁੰਦਾ। ਉਹ ਇਸ ਲਈ ਇਹ ਤਰੀਕਾ ਤੁਹਾਨੂੰ ਦੱਸਿਆ ਜਾ ਰਿਹਾ ਤਾਂ ਕਿ ਤੁਸੀਂ ਰੋਜ਼ਿਆਂ ਦੀ ਤਾਦਾਦ ਪੂਰੀ ਕਰ ਸਕੋ। ਜਿਸ ਹਦਾਇਤ ਦੇ ਨਾਲ ਅੱਲਾ ਨੇ ਤੁਹਾਨੂੰ ਸਰਫਰਾਜ਼ ਕੀਤਾ ਹੈਗਾ, ਉਹਦੇ ਉੱਤੇ ਅੱਲਾ ਦੀ ਕਿਬਰਿਆਈ ਦਾ ਇਜ਼ਹਾਰ ਤੇ ਇਤਰਾਫ ਕਰੋ ਤੇ ਸ਼ੁਕਰਗੁਜ਼ਾਰ ਬਣੋ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਬੰਦੇ ਅਗਰ ਤੁਹਾਡੇ ਕੋਲੋਂ ਮੇਰੇ ਮੁਤਲਕ ਪੁੱਛਣ ਤਾਂ ਉਹਨਾਂ ਨੂੰ ਦੱਸੋ ਕਿ ਮੈਂ ਉਹਨਾਂ ਦੇ ਕਰੀਬ ਹੀ ਹਾਂ। ਜਦੋਂ ਕੋਈ ਮੈਨੂੰ ਪੁਕਾਰਦਾ ਮੈਂ ਉਹਦੀ ਪੁਕਾਰ ਸੁਣਨਾ ਵਾਂ, ਜਦੋਂ ਮੈਂ ਉਹਦੀ ਪੁਕਾਰ ਸੁਣਨਾ ਵਾਂ ਅਤੇ ਉਹਨੂੰ ਜਵਾਬ ਦੇਣਾ ਵਾਂ। ਲਿਹਾਜ਼ਾ ਉਹਨਾਂ ਨੂੰ ਚਾਹੀਦਾ ਮੇਰੀ ਦਾਵਤ 'ਤੇ ਲੱਬੈਕ ਕਹਿਣ, ਮੇਰੇ ਉੱਤੇ ਈਮਾਨ ਲਿਆਉਣ ਅਤੇ ਇਹ ਗੱਲ ਤੁਸੀਂ ਉਹਨਾਂ ਨੂੰ ਸੁਣਾ ਦਿਓ, ਸ਼ਾਇਦ ਉਹ ਰਾਹ ਰਾਸਤ ਜਿਹੜੀ ਹੈ ਨਾ ਉਹ ਪਾ ਲੈਣ। ਤੁਹਾਡੇ ਲਈ ਰੋਜ਼ੇ ਦੇ ਜ਼ਮਾਨੇ ਵਿੱਚ ਰਾਤਾਂ ਨੂੰ ਆਪਣੀਆਂ ਬੀਵੀਆਂ ਦੇ ਕੋਲ ਜਾਣਾ ਹਲਾਲ ਕਰ ਦਿੱਤਾ ਗਿਆ। ਉਹ ਤੁਹਾਡੇ ਲਈ ਲਿਬਾਸ ਨੇ, ਤੁਸੀਂ ਉਹਨਾਂ ਵਾਸਤੇ ਲਿਬਾਸ ਹੋ। ਅੱਲਾ ਨੂੰ ਮਾਲੂਮ ਹੋ ਗਿਆ ਕਿ ਤੁਸੀਂ ਲੋਕ ਛੁਪ ਕੇ ਆਪਣੇ ਆਪ ਨਾਲ ਖਿਆਨਤ ਕਰ ਰਹੇ ਸੀ, ਮਗਰ ਉਹਨੇ ਤੁਹਾਡਾ ਕਸੂਰ ਮਾफ़ ਕਰ ਦਿੱਤਾ, ਤੁਹਾਡੇ ਕੋਲੋਂ ਦਰਗੁਜ਼ਰ ਫਰਮਾਇਆ। ਤੁਸੀਂ ਆਪਣੀਆਂ ਬੀਵੀਆਂ ਦੇ ਨਾਲ ਰਾਤ ਬਸਰ ਕਰੋ। ਜਿਹੜਾ ਲੁਤਫ ਅੱਲਾ ਨੇ ਤੁਹਾਡੇ ਵਾਸਤੇ ਜਾਇਜ਼ ਕਰ ਦਿੱਤਾ ਉਹਨੂੰ ਹਾਸਲ ਕਰੋ। ਨੀਜ਼ ਰਾਤਾਂ ਨੂੰ ਖਾਓ ਪੀਓ, ਇੱਥੋਂ ਤੱਕ ਕਿ ਜਦੋਂ ਰਾਤ ਦੀ ਸਿਆਹਧਾਰੀ ਜਿਹੜੀ ਹੈ ਉਹ ਸੁਬਾਹ ਦੀ ਸਫੈਦ ਧਾਰੀ ਦੇ ਨਾਲ ਨੁਮਾਇਆਂ ਨਜ਼ਰ ਆਏ, ਉਸ ਵੇਲੇ ਇਹ ਸਾਰੇ ਕੰਮ ਛੱਡ ਕੇ ਰਾਤ ਤੱਕ ਆਪਣਾ ਰੋਜ਼ਾ ਪੂਰਾ ਕਰੋ। ਜਦੋਂ ਤੁਸੀਂ ਮਸਜਿਦਾਂ ਦੇ ਵਿੱਚ ਬੈਠ ਜਾਓ ਤੇ ਬੀਵੀਆਂ ਨਾਲ ਮੁਬਾਸ਼ਰਤ ਨਾ ਕਰੋ। ਅੱਲਾ ਦੀਆਂ ਬੰਨੀਆਂ ਹੋਈਆਂ ਹੱਦਾਂ ਨੇ, ਇਹਨਾਂ ਦੇ ਕਰੀਬ ਨਾ ਫਟਕਣਾ। ਇਸ ਤਰ੍ਹਾਂ ਅੱਲਾ ਆਪਣੇ ਹਕਾਮ ਲੋਕਾਂ ਦੇ ਨਾਲ ਸਾਫ਼ ਬਿਆਨ ਕਰਦਾ ਹੈ। ਤਵੱਕੋ ਹੈ ਕਿ ਉਹ ਗਲਤ ਰਵੱਈਏ ਤੋਂ ਬਚਣਗੇ ਅਤੇ ਤੁਸੀਂ ਲੋਕ ਨਾ ਤਾਂ ਆਪਸ ਦੇ ਵਿੱਚ ਇੱਕ ਦੂਸਰੇ ਦਾ ਮਾਲ ਜਿਹੜਾ ਹੈ ਉਹ ਗਲਤ ਤਰੀਕੇ ਦੇ ਨਾਲ ਖਾਓ, ਨਾ ਹਾਕਮਾਂ ਦੇ ਅੱਗੇ ਉਹਨਾਂ ਨੂੰ ਇਸ ਗਰਜ਼ ਦੇ ਨਾਲ ਪੇਸ਼ ਕਰੋ ਕਿ ਤੁਹਾਨੂੰ ਦੂਸਰਿਆਂ ਦਾ ਜਿਹੜਾ ਮਾਲ ਹੈ ਉਹਦੇ 'ਚੋਂ ਕੋਈ ਹਿੱਸਾ ਕਸਦਨ ਜਾਂ ਜ਼ਾਲਮਾਨਾ ਤਰੀਕੇ ਦੇ ਨਾਲ ਖਾਣ ਦਾ ਮੌਕਾ ਮਿਲ ਜਾਏ। ਅਤੇ ਲੋਕ ਤੁਹਾਡੇ ਕੋਲੋਂ ਚਾਂਦੀ ਘੱਟਦੀ ਅਤੇ ਵੱਧਦੀ ਸੂਰਤਾਂ ਦੇ ਮੁਤਲਕ ਪੁੱਛਦੇ ਨੇ। ਕਹੋ ਇਹ ਲੋਕਾਂ ਵਾਸਤੇ ਤਰੀਕਾਂ ਦੀ ਤਾਇਨ ਅਤੇ ਹੱਜ ਦੀਆਂ ਅਲਾਮਤਾਂ ਨੇ। ਨੀਜ਼ ਇਹਨਾਂ ਨੂੰ ਕਹੋ ਇਹ ਕੋਈ ਨੇਕੀ ਦਾ ਕੰਮ ਨਹੀਂ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਪਿੱਛੇ ਲਈ ਦਾਖਲ ਹੋਵੋ। ਨੇਕੀ ਤੇ ਅਸਲ ਹੈ ਕਿ ਆਦਮੀ ਅੱਲਾ ਦੀ ਨਾਰਾਜ਼ਗੀ ਕੋਲੋਂ ਬਚੇ। ਲਿਹਾਜ਼ਾ ਤੁਸੀਂ ਆਪਣੇ ਘਰਾਂ ਦੇ ਵਿੱਚ ਦਰਵਾਜ਼ੇ 'ਚੋਂ ਹੀ ਆਇਆ ਕਰੋ। ਅਲਬੱਤਾ ਅੱਲਾ ਕੋਲੋਂ ਡਰਦੇ ਰਹੋ, ਸ਼ਾਇਦ ਕਿ ਤੁਹਾਨੂੰ ਫਲਾਹ ਨਸੀਬ ਹੋ ਜਾਏ। ਤੁਸੀਂ ਅੱਲਾ ਦੀ ਰਾਹ 'ਚ ਉਹਨਾਂ ਲੋਕਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਨੇ, ਮਗਰ ਜ਼ਿਆਦਤੀ ਨਾ ਕਰੋ। ਅੱਲਾ ਜ਼ਿਆਦਤੀ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। ਉਹਨਾਂ ਨਾਲ ਲੜੋ ਜਿੱਥੇ ਵੀ ਤੁਹਾਡਾ ਉਹਨਾਂ ਨਾਲ ਮੁਕਾਬਲਾ ਪੇਸ਼ ਆਏ, ਉਹਨਾਂ ਨੂੰ ਕੱਢੋ ਜਿੱਥੋਂ ਉਹਨਾਂ ਨੇ ਤੁਹਾਨੂੰ ਕੱਢਿਆ ਸੀ, ਇਸ ਲਈ ਕਿ ਕਤਲ ਅਗਰਚਾ ਬੁਰਾ ਹੈ ਮਗਰ ਫਿਤਨਾ ਉਸ ਤੋਂ ਜ਼ਿਆਦਾ ਬੁਰਾ ਹੈ। ਅਤੇ ਮਸਜਿਦ ਹਰਾਮ ਦੇ ਕਰੀਬ ਜਦੋਂ ਤੱਕ ਤੁਹਾਡੇ ਨਾਲ ਨਾ ਲੜਨ ਤੁਸੀਂ ਵੀ ਨਾ ਲੜਨਾ, ਮਗਰ ਹਾਂ ਜਦੋਂ ਉਹ ਲੜਨ ਤੋਂ ਨਾ ਚੁੱਕਣ ਅਤੇ ਤੁਸੀਂ ਵੀ ਬੇਤਕੱਲੁਫ ਉਹਨਾਂ ਨੂੰ ਮਾਰੋ ਕਿ ਇਹੋ ਜਿਹਾ ਕਾਫਰਾਂ ਦੀ ਫਿਰ ਇਹੀ ਸਜ਼ਾ ਹੈ। ਫਿਰ ਅਗਰ ਉਹ ਬਾਜ਼ ਆ ਜਾਣ ਤਾਂ ਜਾਣ ਲਓ ਕਿ ਅੱਲਾ ਮਾफ़ ਕਰਨ ਵਾਲਾ ਹੈ,
ਤੇ ਰਹਿਮ ਫਰਮਾਨ ਵਾਲਾ ਹੈ। ਤੁਸੀਂ ਉਹਨਾਂ ਦੇ ਨਾਲ ਲੜਦੇ ਰਹੋ ਇੱਥੋਂ ਤੱਕ ਕਿ ਫਿਤਨਾ ਬਾਕੀ ਨਾ ਰਵੇ ਤੇ ਦੀਨ ਅੱਲਾ ਵਾਸਤੇ ਹੋ ਜਾਏ। ਫਿਰ ਅਗਰ ਉਹ ਬਾਅਦ ਆ ਜਾਣ ਤਾਂ ਸਮਝ ਲਓ ਕਿ ਜ਼ਾਲਮਾਂ ਤੋਂ ਸਿਵਾ ਹੋਰ ਕਿਸੇ ਦੇ ਦਸਤਰਾਜ਼ੀ ਜਿਹੜੀ ਹੈ ਨਾ ਉਹ ਸਹੀ ਨਹੀਂ ਹੈਗੀ। ਮਾਹੇ ਹਰਾਮ ਦਾ ਬਦਲਾ ਮਾਹੇ ਹਰਾਮ ਹੀ ਹੈ ਤੇ ਸਾਰੀਆਂ ਹੁਰਮਤਾਂ ਦਾ ਲਿਹਾਜ਼ ਬਰਾਬਰੀ ਨਾਲ ਹੋਏਗਾ। ਲਿਹਾਜ਼ਾ ਜਿਹੜਾ ਤੁਹਾਡੇ 'ਤੇ ਦਸਤਰਾਜ਼ੀ ਕਰੇ ਤੁਸੀਂ ਵੀ ਉਹਦੇ 'ਤੇ ਉਸੇ ਤਰ੍ਹਾਂ ਹੀ ਦਸਤਰਾਜ਼ੀ ਕਰੋ। ਅਲਬੱਤਾ ਅੱਲਾ ਕੋਲੋਂ ਡਰਦੇ ਰਹੋ। ਇਹ ਜਾਣ ਲਵੋ ਕਿ ਅੱਲਾ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਉਹਦੀਆਂ ਮੁਕਰਰ ਕਰਦਾ ਹਦੂਦ ਨੂੰ ਤੋੜਨ ਤੋਂ ਪਰਹੇਜ਼ ਕਰਦੇ ਨੇ। ਅੱਲਾ ਦੀ ਰਾਹ 'ਚ ਖਰਚ ਕਰੋ। ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਹਲਾਕਤ ਵਿੱਚ ਨਾ ਪਾਓ। ਇਹਸਾਨ ਦਾ ਤਰੀਕਾ ਇਖਤਿਆਰ ਕਰੋ। ਅੱਲਾ ਮੁਹਸਨਾਂ ਨੂੰ ਪਸੰਦ ਕਰਦਾ। ਅੱਲਾ ਦੀ ਖੁਸ਼ਨੂਦੀ ਵਾਸਤੇ ਜਦੋਂ ਹਜ ਤੇ ਉਮਰੇ ਦੀ ਨੀਅਤ ਕਰੋ ਤਾਂ ਉਹਨੂੰ ਪੂਰਾ ਕਰੋ। ਅਗਰ ਕਿਤੇ ਘਿਰ ਜਾਓ ਤੇ ਜਿਹੜੀ ਕੁਰਬਾਨੀ ਮਯਸਰ ਆਏ ਅੱਲਾ ਦੀ ਜਨਾਬ ਵਿੱਚ ਪੇਸ਼ ਕਰੋ। ਆਪਣੇ ਸਰ ਜਿਹੜੇ ਨੇ ਉਹਨਾਂ ਨੂੰ ਨਾ ਮੁੰਡਾਓ ਜਦੋਂ ਤੱਕ ਕਿ ਕੁਰਬਾਨੀ ਆਪਣੀ ਜਗ੍ਹਾ ਨਾ ਪਹੁੰਚ ਜਾਏ। ਮਗਰ ਜਿਹੜਾ ਸ਼ਖਸ ਮਰੀਜ਼ ਜਾਂ ਜਿਹਦੇ ਸਿਰ 'ਚ ਕੋਈ ਤਕਲੀਫ ਹੋਵੇ ਇਸ ਬਿਨਾਂ 'ਤੇ ਆਪਣਾ ਸਿਰ ਜਿਹੜਾ ਉਹ ਮੰਡਵਾ ਲਵੇ ਤਾਂ ਉਹਨੂੰ ਚਾਹੀਦਾ ਫਿਦੀਏ ਦੇ ਤੌਰ 'ਤੇ ਰੋਜ਼ਾ ਰੱਖੇ ਜਾਂ ਸਦਕਾ ਦੇ ਜਾਂ ਕੁਰਬਾਨੀ ਕਰੇ। ਫਿਰ ਅਗਰ ਤੁਹਾਨੂੰ ਅਮਨ ਨਸੀਬ ਹੋ ਜਾਏ ਤੇ ਜਿਹੜਾ ਸ਼ਖਸ ਤੁਹਾਡੇ 'ਚੋਂ ਹਜ ਦਾ ਜ਼ਮਾਨਾ ਆਉਣ ਤੱਕ ਉਮਰੇ ਦਾ ਫਾਇਦਾ ਉਠਾਏ ਉਹ ਹਸਬੇ ਮਕਦੂਰ ਕੁਰਬਾਨੀ ਦੇਵੇ। ਤੇ ਅਗਰ ਕੁਰਬਾਨੀ ਮਯਸਰ ਨਾ ਹੋਵੇ ਤਾਂ 3 ਰੋਜ਼ੇ ਹਜ ਦੇ ਜ਼ਮਾਨੇ ਦੇ ਵਿੱਚ ਤੇ 7 ਘਰ ਪਹੁੰਚ ਕੇ ਇਸ ਤਰ੍ਹਾਂ ਪੂਰੇ 10 ਰੋਜ਼ੇ ਰੱਖ ਲਵੇ। ਇਹ ਰਾਇਤ ਉਹਨਾਂ ਲੋਕਾਂ ਵਾਸਤੇ ਵੇ ਜਿਨ੍ਹਾਂ ਦੇ ਘਰ ਬਾਰ ਮਸਜਿਦ ਹਰਾਮ ਦੇ ਕਰੀਬ ਨਾ ਹੋਣ। ਅੱਲਾ ਦੇ ਇਹ ਅਹਕਾਮਾਤ ਜਿਹੜੇ ਨੇ ਇਹਨਾਂ ਦੀ ਖਿਲਾਫਵਰਜ਼ੀ ਤੋਂ ਬਚੋ ਤੇ ਖੂਬ ਜਾਣ ਲਓ ਕਿ ਅੱਲਾ ਸਖਤ ਸਜ਼ਾ ਦੇਣ ਵਾਲਾ ਹੈ। ਹਜ ਦੇ ਮਹੀਨੇ ਸਾਰਿਆਂ ਨੂੰ ਮਾਲੂਮ ਨੇ। ਜਿਹੜਾ ਸ਼ਖਸ ਇਹਨਾਂ ਮੁਕਰਰ ਮਹੀਨਿਆਂ ਦੇ ਵਿੱਚ ਹਜ ਦੀ ਨੀਅਤ ਕਰੇ ਉਹਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਕਿ ਹਜ ਦੇ ਦੌਰਾਨ ਉਹਦੇ ਕੋਲੋਂ ਕੋਈ ਸ਼ਹਿਵਾਨੀ ਫੇਰ ਕੋਈ ਬਦਅਮਲੀ ਕੋਈ ਲੜਾਈ ਝਗੜੇ ਦੀ ਗੱਲ ਸਰਜ਼ਦ ਨਾ ਹੋਵੇ। ਜਿਹੜਾ ਨੇਕ ਕੰਮ ਤੁਸੀਂ ਕਰੋਗੇ ਉਹ ਅੱਲਾ ਦੇ ਇਲਮ ਵਿੱਚ ਹੋਏਗਾ। ਸਫ਼ਰ ਹਜ ਵਾਸਤੇ ਜ਼ਾਦੇ ਰਾਹ ਨਾਲ ਲੈ ਕੇ ਜਾਓ। ਸਭ ਤੋਂ ਬਿਹਤਰ ਜ਼ਾਦੇ ਰਾਹ ਪਰਹੇਜ਼ਗਾਰੀ ਹੈ। ਬਸ ਇਹ ਹੋਸ਼ਮੰਦੋ ਮੇਰੀ ਨਾਫਰਮਾਨੀ ਤੋਂ ਪਰਹੇਜ਼ ਕਰੋ। ਅਗਰ ਹਜ ਦੇ ਨਾਲ ਨਾਲ ਤੁਸੀਂ ਆਪਣਾ ਰੱਬ ਦਾ ਫਜ਼ਲ ਵੀ ਤਲਾਸ਼ ਕਰਦੇ ਜਾਓ ਤਾਂ ਇਹਦੇ 'ਚ ਕੋਈ ਮੁਜ਼ਾਇਕਾ ਨਹੀਂ। ਫਿਰ ਜਦੋਂ ਤੁਸੀਂ ਅਰਫਾਤ ਤੋਂ ਚਲੋ ਮਸ਼ਰ-ਏ ਹਰਾਮ ਦੇ ਕੋਲ ਠਹਿਰੋ ਅੱਲਾ ਨੂੰ ਯਾਦ ਕਰੋ ਅਤੇ ਇਸ ਤਰ੍ਹਾਂ ਯਾਦ ਕਰੋ ਜਿਸ ਤਰ੍ਹਾਂ ਦੀ ਹਦਾਇਤ ਉਹਨੇ ਤੁਹਾਨੂੰ ਦਿੱਤੀ ਹੈ। ਵਰਨਾ ਇਸ ਤੋਂ ਪਹਿਲੇ ਤਾਂ ਤੁਸੀਂ ਲੋਕ ਭਟਕੇ ਹੋਏ ਸੀ। ਫਿਰ ਜਿੱਥੋਂ ਸਾਰੇ ਲੋਕ ਪਲਟਦੇ ਨੇ ਤੁਸੀਂ ਵੀ ਪਲਟੋ। ਅੱਲਾ ਕੋਲੋਂ ਮਾफ़ੀ ਮੰਗੋ। ਯਕੀਨਨ ਉਹ ਮਾफ़ ਕਰਨ ਵਾਲਾ ਅਤੇ ਰਹਿਮ ਫਰਮਾਨ ਵਾਲਾ ਹੈ। ਫਿਰ ਜਦੋਂ ਆਪਣੇ ਹਜ ਦੇ ਅਰਕਾਨ ਅਦਾ ਕਰ ਲਵੋ ਅਤੇ ਜਿਸ ਤਰ੍ਹਾਂ ਪਹਿਲੇ ਆਪਣੇ ਆਬਾਓ ਅਜਦਾਦ ਦਾ ਜ਼ਿਕਰ ਕਰਦੇ ਸੋ ਉਸ ਤਰ੍ਹਾਂ ਹੁਣ ਅੱਲਾ ਦਾ ਜ਼ਿਕਰ ਕਰੋ ਬਲਕਿ ਉਸ ਤੋਂ ਵੀ ਵੱਧ ਕੇ। ਮਗਰ ਅੱਲਾ ਨੂੰ ਯਾਦ ਕਰਨ ਵਾਲੇ ਲੋਕਾਂ ਦੇ ਵਿੱਚ ਵੀ ਬਹੁਤ ਫਰਕ ਹੈ। ਇਹਨਾਂ 'ਚੋਂ ਕੋਈ ਤਾਂ ਇਹੋ ਜਿਹਾ ਜਿਹੜਾ ਕਹਿੰਦਾ ਇਹ ਸਾਡੇ ਰੱਬ ਸਾਨੂੰ ਦੁਨੀਆ ਹੀ ਤਾਂ ਸਭ ਕੁਛ ਦੇ ਦੇ। ਇਹੋ ਜਿਹਾ ਬੰਦੇ ਵਾਸਤੇ ਆਖਰਤ ਵਿੱਚ ਕੋਈ ਹਿੱਸਾ ਨਹੀਂ। ਅਤੇ ਜਿਹੜਾ ਕੋਈ ਇਹ ਕਹਿੰਦਾ ਇਹ ਸਾਡੇ ਰੱਬ ਸਾਨੂੰ ਦੁਨੀਆ 'ਚ ਵੀ ਭਲਾਈ ਦੇ ਅਤੇ ਆਖਰਤ ਵਿੱਚ ਵੀ ਭਲਾਈ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਬਚਾ। ਇਹੋ ਜਿਹੇ ਲੋਕ ਆਪਣੀ ਕਮਾਈ ਦੇ ਮੁਤਾਬਕ ਦੋਨੋਂ ਜਗ੍ਹਾ ਹਿੱਸਾ ਪਾਉਣਗੇ। ਅੱਲਾ ਨੂੰ ਹਿਸਾਬ ਚੁਕਾਉਂਦਿਆਂ ਕੁਛ ਦੇਰ ਨਹੀਂ ਲੱਗਦੀ। ਇਹ ਗਿਣਤੀ ਦੇ ਚੰਦ ਦਿਨ ਨੇ ਜਿਹੜੇ ਤੁਹਾਨੂੰ ਅੱਲਾ ਦੀ ਯਾਦ ਵਿੱਚ ਬਸਰ ਕਰਨੇ ਚਾਹੀਦੇ ਨੇ। ਫਿਰ ਜਿਹੜਾ ਕੋਈ ਜਲਦੀ ਕਰੇ 2 ਹੀ ਦਿਨ 'ਚ ਵਾਪਸ ਹੋ ਗਿਆ ਤਾਂ ਕੋਈ ਹਰਜ ਨਹੀਂ। ਜੋ ਕੁਛ ਜ਼ਿਆਦਾ ਦਿਨ ਠਹਿਰਿਆ ਪਲਟਿਆ ਤਾਂ ਵੀ ਕੋਈ ਹਰਜ ਨਹੀਂ। ਬਸ਼ਰਤ ਇਹ ਕਿ ਇਹ ਦਿਨ ਤਕਵੇ ਦੇ ਨਾਲ ਬਸਰ ਕੀਤੇ ਹੋਣ। ਅੱਲਾ ਦੀ ਨਾਫਰਮਾਨੀ ਤੋਂ ਬਚੋ ਅਤੇ ਖੂਬ ਜਾਨ ਰੱਖੋ ਕਿ ਇਹ ਇੱਕ ਰੋਜ਼ ਅੱਲਾ ਦੇ ਹਜ਼ੂਰ ਤੁਹਾਡੀ ਪੇਸ਼ੀ ਹੋਣ ਵਾਲੀ ਹੈ। ਇਨਸਾਨਾਂ ਦੇ ਵਿੱਚ ਕੋਈ ਤਾਂ ਐਸਾ ਹੈ ਜਿਹਦੀਆਂ ਗੱਲਾਂ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਤਾਂ ਆਪਣੀ ਨੇਕ ਨੀਤੀ 'ਤੇ ਉਹ ਬਾਰ-ਬਾਰ ਖੁਦਾ ਨੂੰ ਗਵਾਹ ਠਹਿਰਾਉਂਦਾ ਹੈ। ਮਗਰ ਹਕੀਕਤ ਵਿੱਚ ਉਹ ਬਦਤਰੀਨ ਦੁਸ਼ਮਨ ਹੱਕ ਹੁੰਦਾ। ਜਦੋਂ ਇਹਨੂੰ ਇਕਤਦਾਰ ਹਾਸਲ ਹੋ ਜਾਂਦਾ ਹੈ ਅਤੇ ਜ਼ਮੀਨ ਦੇ ਵਿੱਚ ਇਹਦੀ ਸਾਰੀ ਦੌੜ ਧੂਪ ਜਿਹੜੀ ਹੈ ਨਾ ਉਹ ਇਸ ਕਰਕੇ ਹੁੰਦੀ ਹੈ ਕਿ ਫਸਾਦ ਫੈਲਾਏ, ਖੇਤਾਂ ਨੂੰ ਗਾਰਤ ਕਰੇ, ਨਸਲ ਇਨਸਾਨੀ ਨੂੰ ਤਬਾਹ ਕਰੇ। ਹਾਲਾਂਕਿ ਅੱਲਾ ਫਸਾਦ ਨੂੰ ਅਤੇ ਫਸਾਦ ਫੈਲਾਉਣ ਵਾਲਿਆਂ ਨੂੰ ਹਰਗਿਜ਼ ਪਸੰਦ ਨਹੀਂ ਕਰਦਾ। ਹਾਲਾਂਕਿ ਅੱਲਾ ਜਿਹਨੂੰ ਉਹ ਗਵਾਹ ਬਣਾ ਰਿਹਾ ਸੀ ਫਸਾਦ ਨੂੰ ਹਰਗਿਜ਼ ਪਸੰਦ ਨਹੀਂ ਕਰਦਾ। ਜਦੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾ ਕੋਲੋਂ ਡਰੋ ਤਾਂ ਆਪਣੇ ਵਕਾਰ ਦਾ ਖਿਆਲ ਉਹਨਾਂ ਨੂੰ ਗੁਨਾਹ ਦੇ ਉੱਤੇ ਜਮਾ ਦਿੰਦਾ ਹੈ। ਐਸੇ ਸ਼ਖਸ ਵਾਸਤੇ ਬਸ ਜਹੰਨਮ ਹੀ ਕਾਫੀ ਹੈ ਅਤੇ ਉਹ ਬਹੁਤ ਬੁਰਾ ਠਿਕਾਣਾ ਹੈਗਾ। ਦੂਸਰੀ ਤਰਫ ਇਨਸਾਨਾਂ ਦੇ ਵਿੱਚੋਂ ਹੀ ਕੋਈ ਇਹੋ ਜਿਹਾ ਵੀ ਹੈ ਜਿਹੜਾ ਰਜ਼ਾਈ ਇਲਾਹੀ ਦੀ ਤਲਬ ਵਿੱਚ ਆਪਣੀ ਜਾਨ ਖਪਾ ਦਿੰਦਾ ਹੈ। ਐਸੇ ਬੰਦੋਂ ਪਰ ਇਹੋ ਜਿਹੇ ਲੋਕਾਂ ਦੇ ਉੱਤੇ ਅੱਲਾ ਬਹੁਤ ਮਿਹਰਬਾਨ ਹੈ। ਇਹ ਈਮਾਨ ਲਿਆਉਣ ਵਾਲਿਓ ਤੁਸੀਂ ਪੂਰੇ ਦੇ ਪੂਰੇ ਇਸਲਾਮ ਵਿੱਚ ਆ ਜਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ। ਉਹ ਤੁਹਾਡਾ ਖੁੱਲ੍ਹਾ ਦੁਸ਼ਮਣ ਹੈ। ਜਿਹੜੀਆਂ ਸਾਫ਼-ਸਾਫ਼ ਹਦਾਇਤ ਤੁਹਾਡੇ ਕੋਲ ਆ ਚੁੱਕੀਆਂ ਨੇ ਅਗਰ ਇਹਨਾਂ ਨੂੰ ਪਾ ਲੈਣ ਤੋਂ ਬਾਅਦ ਫਿਰ ਤੁਸੀਂ ਲਫ਼ਜ਼ਸ਼ ਦਿਖਾਈ ਤਾਂ ਖੂਬ ਜਾਣ ਲਓ ਕਿ ਅੱਲਾ ਸਭ ਤੇ ਗਾਲਬ ਤੇ ਹਕੀਮ ਤੇ ਦਾਨਾ ਹੈ। ਇਹਨਾਂ ਸਾਰੀਆਂ ਨਸੀਹਤਾਂ ਅਤੇ ਹਦਾਇਤਾਂ ਦੇ ਬਾਅਦ ਵੀ ਅਗਰ ਲੋਕ ਸਿੱਧੇ ਨਾ ਹੋਣ ਅਤੇ ਕੀ ਹੁਣ ਉਹ ਇਸ ਚੀਜ਼ ਦੇ ਮੁੰਤਜ਼ਰ ਨੇ ਕਿ ਅੱਲਾ ਬਦਲ ਲੈ ਕੇ ਆਏ, ਫਰਿਸ਼ਤੇ ਜਿਹੜੇ ਨੇ ਉਹ ਵੀ ਨਾਲ ਆਉਣ, ਅੱਲਾ ਖੁਦ ਵੀ ਸਾਹਮਣੇ ਆ ਜਾਵੇ ਅਤੇ ਉਸ ਵੇਲੇ ਫੈਸਲਾ ਹੀ ਕਰ ਦੇਵੇ। ਆਖਰਕਾਰ ਸਾਰੇ ਮਾਮਲਾਤ ਪੇਸ਼ ਤੇ ਅੱਲਾ ਦੇ ਹਜ਼ੂਰ ਹੀ ਹੋਣੇ ਨੇ। ਬਨੀ ਇਸਰਾਈਲ ਕੋਲੋਂ ਪੁੱਛੋ ਕਿ ਐਸੀਆਂ ਖੁੱਲੀਆਂ ਨਿਸ਼ਾਨੀਆਂ ਅਸੀਂ ਉਹਨਾਂ ਨੂੰ ਦਿਖਾਈਆਂ। ਅੱਲਾ ਦੀਆਂ ਨਿਅਮਤਾਂ ਪਾਉਣ ਤੋਂ ਬਾਅਦ ਜਿਹੜੀ ਕੌਮ ਉਹਨੂੰ ਸਖਤੀ ਦੇ ਵਿੱਚ ਬਦਲ ਦਿੰਦੀ ਹੈ, ਉਹਨੂੰ ਨਾਫਰਮਾਨੀ 'ਚ ਬਦਲ ਦਿੰਦੀ ਹੈ, ਅੱਲਾ ਉਹਨੂੰ ਕੈਸੀ ਸਖਤ ਸਜ਼ਾ ਦਿੰਦਾ।
ਜਿਨ੍ਹਾਂ ਲੋਕਾਂ ਨੇ ਕੁਫਰ ਦੀ ਰਾਹ ਇਖਤਿਆਰ ਕੀਤੀ ਉਹਨਾਂ ਵਾਸਤੇ ਦੁਨੀਆ ਦੀ ਜ਼ਿੰਦਗੀ ਬੜੀ ਮਹਿਬੂਬ ਤੇ ਦਿਲਪਸੰਦ ਬਣਾ ਦਿੱਤੀ ਗਈ ਹੈ। ਇਹੋ ਜਿਹੇ ਲੋਕ ਜਿਹੜੇ ਨੇ ਈਮਾਨ ਦੀ ਰਾਹ ਇਖਤਿਆਰ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦੇ ਨੇ, ਮਗਰ ਕਿਆਮਤ ਦੇ ਰੋਜ਼ ਪਰਹੇਜ਼ਗਾਰ ਲੋਕ ਜਿਹੜੇ ਨੇ ਉਹੀ ਉਹਨਾਂ ਦੇ ਮੁਕਾਬਲੇ ਤੇ ਆਲੀ ਮੁਕਾਮ ਹੋਣਗੇ। ਰਿਆ ਦੁਨੀਆ ਦਾ ਰਿਜ਼ਕ ਤੇ ਅੱਲਾ ਨੂੰ ਇਖਤਿਆਰ ਹੈ, ਔਰ ਜਿਹਨੂੰ ਚਾਹੁੰਦਾ ਹੈ ਬੇਹਿਸਾਬ ਦਿੰਦਾ ਹੈ। ਇਬਤਦਾ ਦੇ ਵਿੱਚ ਸਾਰੇ ਲੋਕ ਇੱਕੋ ਹੀ ਤਰੀਕੇ ਤੇ ਸਨ, ਫਿਰ ਇਹ ਹਾਲਤ ਬਾਕੀ ਨਾ ਰਹੀ, ਇਖਤਲਾਫਾਤ ਜਿਹੜੇ ਨੇ ਉਹ ਪੈਦਾ ਹੋਏ ਤੇ ਅੱਲਾਹ ਤਾਲਾ ਨੇ ਆਪਣੇ ਨਬੀ ਕੱਲੇ ਜਿਹੜੇ ਸਿੱਧੀ ਰਾਹ ਵਹਾਉਂਦੇ ਸਨ, ਖੁਸ਼ਖਬਰੀਆਂ ਦਿੰਦੇ ਸਨ ਤੇ ਬੁਰੇ ਅਮਾਲ ਦੇ ਨਤਾਇਜ ਤੋਂ ਡਰਾਉਂਦੇ ਸਨ, ਉਹਨਾਂ ਦੇ ਨਾਲ ਕਿਤਾਬ ਜਿਹੜੀ ਹੈ ਉਹ ਨਾਜ਼ਿਲ ਕੀਤੀ ਤਾਂ ਕਿ ਹੱਕ ਦੇ ਬਾਰੇ ਲੋਕਾਂ ਦੇ ਦਰਮਿਆਨ ਜਿਹੜੇ ਇਖਤਲਾਫਾਤ ਰੂਨਮਾ ਹੋਏ ਨੇ ਉਹਨਾਂ ਦਾ ਫੈਸਲਾ ਕੀਤਾ ਜਾਏ। ਤੇ ਇਹਨਾਂ ਇਖਤਲਾਫਾਤ ਦੇ ਜ਼ਾਹਿਰ ਹੋਣ ਦੀ ਵਜ੍ਹਾ ਇਹ ਨਹੀਂ ਸੀ ਕਿ ਇਬਤਦਾ ਦੇ ਵਿੱਚ ਲੋਕਾਂ ਨੂੰ ਹੱਕ ਦੱਸਿਆ ਨਹੀਂ ਸੀ ਗਿਆ। ਇਖਤਲਾਫ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਹੱਕ ਦਾ ਇਲਮ ਦਿੱਤਾ ਜਾ ਚੁੱਕਿਆ ਸੀ, ਉਹਨਾਂ ਨੇ ਰੋਸ਼ਨ ਹਦਾਇਤ ਜਿਹੜੀ ਹੈ ਉਹ ਪਾ ਲੈਣ ਤੋਂ ਬਾਅਦ ਮਹਜ਼ ਇਸ ਕਰਕੇ ਹੱਕ ਛੱਡ ਕੇ ਮੁਖਤਲਿਫ ਤਰੀਕੇ ਕੱਢੇ ਕਿ ਇੱਕ ਦੂਸਰੇ ਦੇ ਨਾਲ ਜ਼ਿਆਦਤੀ ਕਰਨਾ ਚਾਹੁੰਦੇ ਸਨ। ਬਸ ਜਿਹੜੇ ਲੋਕ ਅੰਬੀਆ ਅਲੈਹਿ ਸਲਾਮ ਤੇ ਈਮਾਨ ਲੈ ਕੇ ਆਏ ਉਹਨਾਂ ਨੇ ਅੱਲਾ ਦੇ ਹੁਕਮ ਦੇ ਨਾਲ ਉਹ ਹੱਕ ਦਾ ਰਸਤਾ ਪਾ ਲਿਆ। ਜਿਨ੍ਹਾਂ ਮਾਮਲਿਆਂ ਦੇ ਵਿੱਚ ਲੋਕਾਂ ਨੇ ਇਖਤਲਾਫ ਕੀਤਾ ਸੀ, ਅੱਲਾ ਜਿਹਨੂੰ ਚਾਹੁੰਦਾ ਸਿੱਧੀ ਰਾਹ ਦਿਖਾ ਦਿੰਦਾ। ਤੁਸੀਂ ਲੋਕਾਂ ਨੇ ਇਹ ਸਮਝ ਲਿਆ ਕਿ ਜੰਨਤ ਵਿੱਚ ਤੁਹਾਨੂੰ ਇੰਝ ਹੀ ਦਾਖਲਾ ਮਿਲ ਜਾਏਗਾ, ਹਾਲਾਂਕਿ ਹਾਲੀ ਤੇ ਤੁਹਾਡੇ ਤੇ ਉਹ ਸਾਰਾ ਕੁਝ ਗੁਜ਼ਰਿਆ ਹੀ ਨਹੀਂ ਜਿਹੜਾ ਤੁਹਾਡੇ ਤੋਂ ਪਹਿਲੇ ਈਮਾਨ ਲਿਆਉਣ ਵਾਲਿਆਂ ਲੋਕਾਂ ਦੇ ਉੱਤੇ ਗੁਜ਼ਰ ਚੁੱਕਿਆ। ਉਹਨਾਂ ਤੇ ਸਖਤੀਆਂ ਗੁਜ਼ਰੀਆਂ, ਮੁਸੀਬਤਾਂ ਆਈਆਂ, ਹੱਲੇ ਮਾਰੇ ਗਏ, ਹੱਤਾਂ ਕਿ ਵਕਤ ਦਾ ਰਸੂਲ ਤੇ ਉਹਦੇ ਸਾਥੀ ਅਹਿਲੇ ਈਮਾਨ ਚੀਖ ਉਠੇ ਕਿ ਅੱਲਾ ਦੀ ਮਦਦ ਕਦੋਂ ਆਏਗੀ। ਉਸ ਵਕਤ ਉਹਨਾਂ ਨੂੰ ਤਸੱਲੀ ਦਿੱਤੀ ਗਈ ਕਿ ਹਾਂ ਅੱਲਾ ਦੀ ਮਦਦ ਕਰੀਬ ਹੈ। ਲੋਕ ਪੁੱਛਦੇ ਨੇ ਅਸੀਂ ਕੀ ਖਰਚ ਕਰੀਏ? ਜਵਾਬ ਦਿਓ ਕਿ ਜਿਹੜਾ ਮਾਲ ਵੀ ਤੁਸੀਂ ਖਰਚ ਕਰੋ ਆਪਣੇ ਵਾਲਦੈਨ ਤੇ, ਰਿਸ਼ਤੇਦਾਰਾਂ ਤੇ, ਯਤੀਮਾਂ ਤੇ, ਮਸਕੀਨਾਂ ਤੇ, ਮੁਸਾਫਰਾਂ ਤੇ ਖਰਚ ਕਰੋ, ਤੇ ਜਿਹੜੀ ਭਲਾਈ ਵੀ ਤੁਸੀਂ ਕਰੋਗੇ ਅੱਲਾ ਉਹਦੇ ਤੋਂ ਬਾਖਬਰ ਹੈ। ਤੁਹਾਨੂੰ ਜੰਗ ਦਾ ਹੁਕਮ ਦਿੱਤਾ ਗਿਆ ਤੇ ਉਹ ਤੁਹਾਨੂੰ ਨਾਗਵਾਰ ਹੈ। ਹੋ ਸਕਦਾ ਕਿ ਇੱਕ ਚੀਜ਼ ਤੁਹਾਨੂੰ ਨਾਗਵਾਰ ਹੋਏ ਉਹੀ ਤੁਹਾਡੇ ਵਾਸਤੇ ਬਿਹਤਰ ਹੋਏ, ਔਰ ਹੋ ਸਕਦਾ ਇੱਕ ਚੀਜ਼ ਤੁਹਾਨੂੰ ਪਸੰਦ ਹੋਵੇ ਉਹੀ ਤੁਹਾਡੇ ਵਾਸਤੇ ਬੁਰੀ ਹੋਵੇ। ਅੱਲਾ ਜਾਣਦਾ, ਤੁਸੀਂ ਨਹੀਂ ਜਾਣਦੇ। ਲੋਕ ਪੁੱਛਦੇ ਨੇ ਮਾਹੇ ਹਰਾਮ ਵਿੱਚ ਲੜਨਾ ਕਿਹੋ ਜਿਹਾ? ਕਹੋ ਇਹਦੇ 'ਚ ਲੜਨਾ ਬਹੁਤ ਬੁਰਾ ਹੈ, ਮਗਰ ਰਾਹ ਖੁਦਾ ਤੋਂ ਲੋਕਾਂ ਨੂੰ ਰੋਕਣਾ ਤੇ ਅੱਲਾ ਦਾ ਇਨਕਾਰ ਕਰਨਾ, ਮਸਜਿਦ ਹਰਾਮ ਦਾ ਰਸਤਾ ਖੁਦਾ ਪਰਸਤਾਂ ਦੇ ਉੱਤੇ ਬੰਦ ਕਰਨਾ ਤੇ ਹਰਮ ਦੇ ਵਿੱਚ ਰਹਿਣ ਵਾਲਿਆਂ ਨੂੰ ਉੱਥੋਂ ਕੱਢਣਾ ਅੱਲਾ ਦੇ ਨਜ਼ਦੀਕ ਇਸ ਤੋਂ ਵੀ ਜ਼ਿਆਦਾ ਬੁਰਾ ਹੈ। ਤੇ ਫਿਤਨਾ ਖੂਨ ਰੇਜ਼ੀ ਤੋਂ ਸ਼ਦੀਦ ਤਰ ਹੈ ਕਿ ਉਹ ਤੁਹਾਡੇ ਨਾਲ ਲੜਦੇ ਹੀ ਜਾਣਗੇ, ਹੱਤਾਂ ਕਿ ਅਗਰ ਇਹਨਾਂ ਦਾ ਵੱਸ ਚੱਲੇ ਤੇ ਤੁਹਾਨੂੰ ਇਸ ਦੀਨ ਤੋਂ ਫੇਰ ਲੈਣ। ਤੇ ਇਹ ਖੂਬ ਸਮਝ ਲਓ ਤੁਹਾਡੇ ਤੋਂ ਜਿਹੜਾ ਕੋਈ ਇਸ ਦੀਨ ਤੋਂ ਫਿਰੇਗਾ ਤੇ ਕੁਫਰ ਦੀ ਹਾਲਤ ਵਿੱਚ ਜਾਨ ਦੇਗਾ, ਉਹਦੇ ਅਮਾਲ ਦੁਨੀਆ ਤੇ ਆਖਰਤ ਦੋਨਾਂ 'ਚ ਜ਼ਾਇਆ ਹੋ ਜਾਣਗੇ। ਇਹੋ ਜਿਹੇ ਲੋਕ ਜਹੰਨਮੀ ਨੇ ਤੇ ਹਮੇਸ਼ਾ ਜਹੰਨਮ ਵਿੱਚ ਰਹਿਣਗੇ। ਬਾਖਲਾਫ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਿਆਏ, ਜਿਨ੍ਹਾਂ ਨੇ ਖੁਦਾ ਦੀ ਰਾਹ 'ਚ ਆਪਣਾ ਘਰ-ਬਾਰ ਛੱਡਿਆ ਤੇ ਜਹਾਦ ਕੀਤਾ ਔਰ ਰਹਿਮਤ ਇਲਾਹੀ ਦੇ ਜਾਇਜ਼ ਉਮੀਦਵਾਰ ਨੇ, ਅੱਲਾ ਉਹਨਾਂ ਦੀਆਂ ਲਫ਼ਜ਼ਾਂ ਨੂੰ ਮਾफ़ ਕਰਨ ਵਾਲਾ ਹੈ, ਆਪਣੀਆਂ ਰਹਿਮਤਾਂ ਨਾਲ ਉਹਨਾਂ ਨੂੰ ਨਵਾਜ਼ਣ ਵਾਲਾ ਹੈ। ਪੁੱਛਦੇ ਨੇ ਕਿ ਸ਼ਰਾਬ ਤੇ ਜੂਏ ਦਾ ਕੀ ਹੁਕਮ ਹੈ? ਇਹਨਾਂ ਦੋਨਾਂ ਚੀਜ਼ਾਂ 'ਚ ਬੜੀ ਖਰਾਬੀ ਹੈ। ਅਗਰਚਾ ਇਹਦੇ ਵਿੱਚ ਲੋਕਾਂ ਵਾਸਤੇ ਕੁਛ ਮੁਨਾਫਾ ਵੀ ਹੈ, ਮਗਰ ਇਹਨਾਂ ਦਾ ਗੁਨਾਹ ਉਹਨਾਂ ਦੇ ਫਾਇਦੇ ਤੋਂ ਬਹੁਤ ਜ਼ਿਆਦਾ ਹੈ। ਪੁੱਛਦੇ ਨੇ ਕਿ ਅਸੀਂ ਰਾਹ ਖੁਦਾ 'ਚ ਕੀ ਖਰਚ ਕਰੀਏ? ਕਹੋ ਜੋ ਕੁਛ ਤੁਹਾਡੀ ਜ਼ਰੂਰਤ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਅੱਲਾ ਤੁਹਾਡੇ ਵਾਸਤੇ ਸਾਫ਼ ਅਹਿਕਾਮ ਬਿਆਨ ਕਰਦਾ। ਸ਼ਾਇਦ ਕਿ ਤੁਸੀਂ ਦੁਨੀਆ ਤੇ ਆਖਰਤ ਦੋਨਾਂ ਦੀ ਫਿਕਰ ਕਰੋ। ਪੁੱਛਦੇ ਨੇ ਯਤੀਮਾਂ ਦੇ ਨਾਲ ਮਾਮਲਾ ਕੀ ਕੀਤਾ ਜਾਏ? ਕਹੋ ਜਿਸ ਤਰ੍ਹਾਂ ਦੇ ਅਮਲ ਦੇ ਵਿੱਚ ਉਹਨਾਂ ਵਾਸਤੇ ਭਲਾਈ ਹੋਵੇ ਉਹੀ ਇਖਤਿਆਰ ਕਰਨਾ ਬਿਹਤਰ ਹੈ। ਅਗਰ ਤੁਸੀਂ ਆਪਣਾ ਤੇ ਉਹਨਾਂ ਦਾ ਖਰਚ ਰਹਿਣਾ ਸਹਿਣਾ ਮੁਸ਼ਤਰਕ ਰੱਖੋ ਤੇ ਇਹਦੇ 'ਚ ਕੋਈ ਮਜ਼ਾਇਕਾ ਨਹੀਂ। ਆਖਰ ਤੁਹਾਡੇ ਭਾਈਬੰਦ ਹੀ ਤੇ ਹੈ ਨੇ, ਬੁਰਾਈ ਕਰਨ ਵਾਲੇ ਤੇ ਭਲਾਈ ਕਰਨੇ ਵਾਲੇ, ਦੋਨਾਂ ਦਾ ਹਾਲ ਅੱਲਾ ਉੱਤੇ ਰੋਸ਼ਨ ਹੈ। ਅੱਲਾ ਚਾਹੁੰਦਾ ਤੇ ਇਸ ਮਾਮਲੇ ਤੁਹਾਡੇ 'ਤੇ ਸਖਤੀ ਕਰਦਾ, ਮਗਰ ਉਹ ਸਾਹਿਬ ਇਖਤਿਆਰ ਹੋਣ ਦੇ ਨਾਲ ਨਾਲ ਸਾਹਿਬ ਹਿਕਮਤ ਵੀ ਹੈ। ਤੁਸੀਂ ਮੁਸ਼ਰਿਕ ਔਰਤਾਂ ਨਾਲ ਹਰਗਿਜ਼ ਨਿਕਾਹ ਨਾ ਕਰਨਾ ਜਦੋਂ ਤੱਕ ਉਹ ਈਮਾਨ ਨਾ ਲੈ ਆਉਣ। ਇੱਕ ਮੋਮਨ ਲੋਂਡੀ ਮੁਸ਼ਰਿਕ ਸ਼ਰੀਫ ਜ਼ਾਦੀ ਤੋਂ ਬਿਹਤਰ ਹੈ ਅਗਰ ਚਾਹੋ ਤੁਹਾਨੂੰ ਪਸੰਦ ਹੋਵੇ। ਤੇ ਆਪਣੀਆਂ ਔਰਤਾਂ ਦੇ ਨਿਕਾਹ ਮੁਸ਼ਰਿਕ ਮਰਦਾਂ ਦੇ ਨਾਲ ਕਦੀ ਨਾ ਕਰਨਾ ਜਦੋਂ ਤੱਕ ਉਹ ਈਮਾਨ ਨਾ ਲੈ ਆਉਣ। ਇੱਕ ਮੋਮਨ ਗੁਲਾਮ ਮੁਸ਼ਰਿਕ ਸ਼ਰੀਫ ਤੋਂ ਬਿਹਤਰ ਹੈ ਅਗਰ ਚਾਹ ਤੁਹਾਨੂੰ ਜਿੰਨਾ ਹੀ ਪਸੰਦ ਕਿਉਂ ਨਾ ਹੋਵੇ। ਇਹ ਲੋਕ ਤੁਹਾਨੂੰ ਅੱਗ ਵੱਲ ਬੁਲਾਉਂਦੇ ਨੇ ਤੇ ਅੱਲਾ ਆਪਣੇ ਅਜ਼ਨ ਨਾਲ ਤੁਹਾਨੂੰ ਜੰਨਤ ਤੇ ਮਗਫਰਤ ਵੱਲ ਬੁਲਾਉਂਦਾ ਹੈ। ਉਹ ਆਪਣੇ ਅਹਕਾਮ ਵਾਜ਼ਿਹ ਤੌਰ 'ਤੇ ਲੋਕਾਂ ਦੇ ਸਾਹਮਣੇ ਬਿਆਨ ਕਰਦਾ ਹੈ। ਤਵੱਕੋ ਇਹ ਵੇ ਕਿ ਉਹ ਸਬਕ ਲੈਣਗੇ ਤੇ ਨਸੀਹਤ ਕਬੂਲ ਕਰਨਗੇ। ਪੁੱਛਦੇ ਨੇ ਹੈਜ਼ ਦਾ ਕੀ ਹੁਕਮ ਹੈ? ਕਹੋ ਕਿ ਉਹ ਇੱਕ ਗੰਦਗੀ ਦੀ ਹਾਲਤ ਹੈ, ਇਹਦੇ 'ਚ ਔਰਤਾਂ ਤੋਂ ਅਲੱਗ ਰਹੋ, ਉਹਨਾਂ ਦੇ ਕਰੀਬ ਨਾ ਜਾਓ ਜਦੋਂ ਤੱਕ ਕਿ ਉਹ ਪਾਕ ਸਾਫ਼ ਨਾ ਹੋ ਜਾਣ। ਫਿਰ ਜਦੋਂ ਉਹ ਪਾਕ ਹੋ ਜਾਣ ਤਾਂ ਉਹਨਾਂ ਦੇ ਕੋਲ ਜਾਓ ਉਸ ਤਰ੍ਹਾਂ ਜਿਸ ਤਰ੍ਹਾਂ ਅੱਲਾ ਨੇ ਤੁਹਾਨੂੰ ਹੁਕਮ ਦਿੱਤਾ ਹੈ। ਅੱਲਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਬਦੀ ਤੋਂ ਬਾਜ਼ ਰਹਿੰਦੇ ਨੇ ਤੇ ਪਕੀਜ਼ਗੀ ਇਖਤਿਆਰ ਕਰਦੇ ਨੇ। ਤੁਹਾਡੀਆਂ ਔਰਤਾਂ ਤੁਹਾਡੀਆਂ ਖੇਤੀਆਂ ਨੇ, ਤੁਹਾਨੂੰ ਇਖਤਿਆਰ ਹੈ ਜਿਸ ਤਰ੍ਹਾਂ ਚਾਹੋ ਆਪਣੀ ਖੇਤੀ 'ਚ ਜਾਓ, ਮਗਰ ਆਪਣੇ ਮੁਸਤਕਬਿਲ ਦੀ ਫਿਕਰ ਕਰੋ। ਅੱਲਾ ਦੀ ਨਾਰਾਜ਼ਗੀ ਤੋਂ ਬਚੋ। ਖੂਬ ਜਾਣ ਲਓ ਤੁਹਾਨੂੰ ਇੱਕ ਦਿਨ ਉਹਨੂੰ ਮਿਲਣਾ ਹੈ। ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਤੁਹਾਡੀ ਹਦਾਇਤ ਨੂੰ ਮੰਨ ਲੈਣ ਉਹਨਾਂ ਨੂੰ ਫਲਾਹ ਤੇ ਸਆਦਤ ਦੀ ਖੁਸ਼ਖਬਰੀ ਸੁਣਾ ਦਿਓ।
ਅੱਲਾ ਦੇ ਨਾਮਾਂ ਨੂੰ ਇਹੋ ਜਿਹੀਆਂ ਕਸਮਾਂ ਖਾਣ ਵਾਸਤੇ ਇਸਤੇਮਾਲ ਨਾ ਕਰੋ ਜਿਨ੍ਹਾਂ ਕੋਲੋਂ ਮਕਸੂਦ ਨੇਕੀ ਤੇ ਤਕਵਾ ਦੇ ਬੰਦਗਾਨ ਖੁਦਾ ਦੀ ਭਲਾਈ ਦੇ ਕੰਮਾਂ ਤੋਂ ਬਾਜ਼ ਰਹਿਣਾ ਹੋਵੇ। ਅੱਲਾ ਤੁਹਾਡੀਆਂ ਗੱਲਾਂ ਸੁਣ ਰਿਹਾ ਤੇ ਸਭ ਕੁਝ ਜਾਣਦਾ। ਜਿਹੜੀਆਂ ਬੇਮੈਨੀ ਕਸਮਾਂ ਤੁਸੀਂ ਬਿਲਾ ਇਰਾਦਾ ਖਾ ਲੈਂਦੇ ਹੋ ਉਹਨਾਂ ਦੇ ਉੱਤੇ ਅੱਲਾ ਗ੍ਰਿਫਤ ਨਹੀਂ ਕਰਦਾ, ਮਗਰ ਜਿਹੜੀਆਂ ਕਸਮਾਂ ਤੁਸੀਂ ਸੱਚੇ ਦਿਲ ਨਾਲ ਖਾਂਦੇ ਹੋ ਉਹਨਾਂ ਦੀ ਬਾਜ਼ ਪੁਰਸਤ ਜ਼ਰੂਰ ਕਰੇਗਾ। ਅੱਲਾ ਬਹੁਤ ਦਰਗੁਜ਼ਰ ਕਰਨ ਵਾਲਾ ਤੇ ਪੁਰਤਬਾਰ ਹੈ। ਜਿਹੜੇ ਲੋਕ ਆਪਣੀਆਂ ਔਰਤਾਂ ਨਾਲ ਤਾਲੁਕ ਨਾ ਰੱਖਣ ਦੀ ਕਸਮ ਖਾ ਬੈਠੇ ਨੇ ਉਹਨਾਂ ਵਾਸਤੇ 4 ਮਹੀਨੇ ਦੀ ਮੌਲਤ ਹੈ। ਅਗਰ ਉਹਨਾਂ ਨੇ ਰਜੂਅ ਕਰ ਲਿਆ ਤਾਂ ਅੱਲਾ ਮਾफ़ ਕਰਨ ਵਾਲਾ ਹੈ ਤੇ ਰਹਿਮ ਕਰਨ ਵਾਲਾ ਹੈ। ਅਗਰ ਉਹਨਾਂ ਨੇ ਤਲਾਕ ਦੀ ਹੀ ਠਾਣ ਲਈਏ ਤੇ ਜਾਣ ਲੈਣ ਕਿ ਅੱਲਾ ਸਭ ਕੁਝ ਸੁਣਦਾ ਸਭ ਕੁਝ ਜਾਣਦਾ। ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੋਵੇ ਉਹ 3 ਮਰਤਬਾ ਅਯਾਮ ਮਾਹਵਾਰੀ ਆਉਣ ਤੱਕ ਆਪਣੇ ਆਪ ਨੂੰ ਰੋਕੇ ਰੱਖਣ। ਉਹਨਾਂ ਵਾਸਤੇ ਜਾਇਜ਼ ਨਹੀਂ ਕਿ ਅੱਲਾ ਨੇ ਉਹਨਾਂ ਦੇ ਰਹਿਮ ਵਿੱਚ ਜੋ ਕੁਝ ਖਲਕ ਫਰਮਾਇਆ ਉਹਨੂੰ ਛੁਪਾਉਣ। ਉਹਨਾਂ ਨੂੰ ਹਰਗਿਜ਼ ਇੰਜ ਨਹੀਂ ਕਰਨਾ ਚਾਹੀਦਾ। ਅਗਰ ਅੱਲਾ ਤੇ ਰੋਜ਼ ਆਖਰਤ 'ਤੇ ਈਮਾਨ ਰੱਖਦੀਆਂ ਨੇ ਉਹਨਾਂ ਦੇ ਸ਼ੋਹਰ ਤਾਲੁਕਾਤ ਦਰੁਸਤ ਕਰ ਲੈਣ ਦੇ ਉੱਤੇ ਆਮਾਦਾ ਹੋਣ ਤਾਂ ਉਹ ਇਸ ਸਿੱਦਤ ਦੇ ਦੌਰਾਨ ਉਹਨਾਂ ਨੂੰ ਆਪਣੀ ਜ਼ੋਜੀਅਤ ਵਿੱਚ ਵਾਪਸ ਲੈ ਲੈਣ ਦੇ ਹੱਕਦਾਰ ਨੇ। ਔਰਤਾਂ ਵਾਸਤੇ ਵੀ ਮਾਰੂਫ ਤਰੀਕੇ ਉੱਤੇ ਇੰਜ ਦੇ ਹੀ ਹੱਕ ਹੈਗੇ ਨੇ ਜਿਹੋ ਜਿਹਾ ਮਰਦਾਂ ਨੂੰ ਉਹਨਾਂ ਦੇ ਉੱਤੇ ਹਕੂਕ ਹਾਸਲ ਨੇ। ਅਲਬੱਤਾ ਮਰਦਾਂ ਨੂੰ ਉਹਨਾਂ ਉੱਤੇ ਇੱਕ ਦਰਜਾ ਹਾਸਲ ਹੈ ਤੇ ਸਾਰਿਆਂ ਦੇ ਉੱਤੇ ਅੱਲਾ ਗਾਲਿਬ ਇਕਤਦਾਰ ਰੱਖਣ ਵਾਲਾ ਤੇ ਹਕੀਮ ਓ ਦਾਨਾ ਮੌਜੂਦ ਹੈ। ਤਲਾਕ 2 ਵਾਰ ਹੈ, ਫਿਰ ਜਾਂ ਤਾਂ ਸਿੱਧੀ ਤਰ੍ਹਾਂ ਔਰਤ ਨੂੰ ਰੋਕ ਲਿੱਤਾ ਜਾਏ ਜਾਂ ਭਲੇ ਤਰੀਕੇ ਨਾਲ ਉਹਨੂੰ ਰੁਖਸਤ ਕਰ ਦਿੱਤਾ ਜਾਏ। ਤਾਂ ਰੁਖਸਤ ਕਰਦੇ ਹੋਇਆਂ ਇਸ ਤਰ੍ਹਾਂ ਕਰਨਾ ਤੁਹਾਡੇ ਵਾਸਤੇ ਜਾਇਜ਼ ਨਹੀਂ ਕਿ ਜੋ ਕੁਝ ਤੁਸੀਂ ਉਹਨੂੰ ਦੇ ਚੁੱਕੇ ਹੋ ਉਹਦੇ ਕੋਲੋਂ ਕੁਝ ਵਾਪਸ ਲੈ ਲਵੋ। ਅਲਬੱਤਾ ਇਹ ਸੂਰਤ ਮੁਸਤਸਨਾ ਹੈ ਕਿ ਜ਼ੌਜੈਨ ਨੂੰ ਅੱਲਾ ਦੀ ਹਦੂਦ 'ਤੇ ਕਾਇਮ ਨਾ ਰਹਿ ਸਕਣ ਦਾ ਅੰਦੇਸ਼ਾ ਹੋਵੇ। ਐਸੀ ਸੂਰਤ ਅਗਰ ਤੁਹਾਨੂੰ ਇਹ ਖੌਫ ਹੋਵੇ ਕਿ ਦੋਨੋਂ ਹਦੂਦ ਇਲਾਹੀ ਉੱਤੇ ਕਾਇਮ ਨਹੀਂ ਰਹਿਣਗੇ ਤਾਂ ਉਹਨਾਂ ਦੋਨਾਂ ਦੇ ਦਰਮਿਆਨ ਇਹ ਮਾਮਲਾ ਹੋ ਜਾਣ 'ਚ ਕੋਈ ਮੁਜ਼ਾਇਕਾ ਨਹੀਂ ਕਿ ਔਰਤ ਆਪਣੇ ਸ਼ੋਹਰ ਨੂੰ ਮੁਆਵਜ਼ਾ ਦੇ ਕੇ ਲਹਿਦਗੀ ਹਾਸਲ ਕਰ ਲਵੇ। ਇਹ ਅੱਲਾ ਦੀਆਂ ਮੁਕੱਰਰ ਕਰਦਾ ਹਦੂਦ ਨੇ, ਇਹਨਾਂ ਕੋਲੋਂ ਤਜਾਵਜ਼ ਨਾ ਕਰੋ। ਜਿਹੜੇ ਲੋਕ ਹਦੂਦ ਇਲਾਹੀ ਤੋਂ ਤਜਾਵਜ਼ ਕਰਨਗੇ ਉਹੀ ਜ਼ਾਲਮ ਹੈਗੇ ਨੇ। ਫਿਰ ਅਗਰ 2 ਵਾਰ ਤਲਾਕ ਦੇਣ ਤੋਂ ਬਾਅਦ ਸ਼ੋਹਰ ਨੇ ਔਰਤ ਨੂੰ ਤੀਸਰੀ ਵਾਰ ਵੀ ਤਲਾਕ ਦੇ ਦਿੱਤੀ ਤਾਂ ਔਰਤ ਫਿਰ ਉਹਦੇ ਵਾਸਤੇ ਹਲਾਲ ਨਾ ਹੋਏਗੀ। ਇੱਲਾ ਹੈ ਕਿ ਉਹਦਾ ਨਿਕਾਹ ਕਿਸੇ ਦੂਸਰੇ ਸ਼ਖਸ ਨਾਲ ਹੋਵੇ ਤੇ ਉਹ ਵੀ ਉਹਨੂੰ ਤਲਾਕ ਦੇ ਦੇਵੇ। ਤੇ ਫਿਰ ਅਗਰ ਪਹਿਲਾ ਸ਼ੋਹਰ ਤੇ ਔਰਤ ਦੋਨੋਂ ਇਹ ਖਿਆਲ ਕਰਨ ਕਿ ਹਦੂਦ ਇਲਾਹੀ ਉੱਤੇ ਕਾਇਮ ਰਹਿਣਗੇ ਤੇ ਉਹਨਾਂ ਵਾਸਤੇ ਇੱਕ ਦੂਸਰੇ ਵੱਲ ਰਜੂਅ ਕਰ ਲੈਣ 'ਚ ਕੋਈ ਮੁਜ਼ਾਇਕਾ ਨਹੀਂ। ਅੱਲਾ ਦੀਆਂ ਮੁਕੱਰਰ ਕਰਦਾ ਹੱਦਾਂ ਨੇ ਜਿਨ੍ਹਾਂ ਨੂੰ ਇਹਨਾਂ ਲੋਕਾਂ ਦੀ ਹਦਾਇਤ ਦੇ ਵਾਸਤੇ ਵਾਜ਼ਿਹ ਕਰ ਰਿਹਾ ਜਿਹੜੇ ਉਹਦੀ ਹਦੂਦ ਨੂੰ ਤੋੜਨ ਦਾ ਅੰਜਾਮ ਜਾਣਦੇ ਨੇ। ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇ ਦਿਓ ਤਾਂ ਉਹਨਾਂ ਦੀ ਇੱਜ਼ਤ ਪੂਰੀ ਹੋਣ ਨੂੰ ਆ ਜਾਏ ਤੇ ਜਾਂ ਤਾਂ ਭਲੇ ਤਰੀਕੇ ਨਾਲ ਉਹਨਾਂ ਨੂੰ ਰੋਕ ਲਵੋ ਜਾਂ ਭਲੇ ਤਰੀਕੇ ਨਾਲ ਰੁਖਸਤ ਕਰ ਦਿਓ। ਮਹਜ਼ ਸਤਾਨ ਦੀ ਖਾਤਰ ਉਹਨਾਂ ਨੂੰ ਨਾ ਰੋਕੇ ਰੱਖਣਾ ਇਹ ਜ਼ਿਆਦਤੀ ਹੋਏਗੀ ਤੇ ਜਿਹੜਾ ਇੰਜ ਕਰੇਗਾ ਉਹਦਾ ਹਕੀਕਤ ਆਪਣੇ ਆਪ ਨਾਲ ਹੀ ਜ਼ੁਲਮ ਕਰੇਗਾ। ਅੱਲਾ ਦੀ ਆਇਤ ਦਾ ਖੇਲ ਨਾ ਬਣਾਓ ਤੇ ਇਹ ਭੁੱਲ ਨਾ ਜਾਓ ਕਿ ਅੱਲਾ ਨੇ ਕਿਸ ਨਿਮਤ ਉਜ਼ਮਾ ਦੇ ਨਾਲ ਤੁਹਾਨੂੰ ਸਰਫਰਾਜ਼ ਕੀਤਾ ਹੈ। ਉਹ ਤੁਹਾਨੂੰ ਨਸੀਹਤ ਕਰਦਾ ਹੈ ਕਿ ਜਿਹੜੀ ਕਿਤਾਬ ਤੇ ਹਕਮਤ ਉਹਨੇ ਤੁਹਾਡੇ 'ਤੇ ਨਾਜ਼ਲ ਕੀਤੀ ਹੈ ਉਹਦਾ ਇਹਤਰਾਮ ਜਿਹੜਾ ਹੈ ਉਹ ਮਲਹੂਜ਼ ਰੱਖੋ। ਅੱਲਾ ਕੋਲੋਂ ਡਰੋ, ਖੂਬ ਜਾਣ ਲਓ ਕਿ ਅੱਲਾ ਨੂੰ ਹਰ ਗੱਲ ਦੀ ਖਬਰ ਹੈ। ਜਦੋਂ ਤੁਸੀਂ ਆਪਣੇ ਔਰਤਾਂ ਨੂੰ ਤਲਾਕ ਦੇ ਚੁੱਕੋ ਉਹ ਇੱਜ਼ਤ ਪੂਰੀ ਕਰ ਲੈਣ ਤੇ ਫਿਰ ਤੁਸੀਂ ਇਹਦੇ 'ਚ ਨਾ ਰੁਕਾਵਟ ਪਾਓ ਕਿ ਜਿਹੜੀ ਉਹਨਾਂ ਨੂੰ ਸ਼ੋਹਰਾਂ ਵੱਲੋਂ ਪੈਗਾਮ ਆਏ ਹੋਏ ਨੇ ਜਿਹੜੇ ਜ਼ੇਰੇ ਤਜਵੀਜ਼ ਸ਼ੋਹਰ ਨੇ ਉਹਨਾਂ ਨਾਲ ਜੋ ਕਿਸੇ ਨਾਲ ਵੀ ਉਹ ਨਿਕਾਹ ਕਰ ਲੈਣ ਤੇ ਮਾਰੂਫ ਤਰੀਕੇ ਦੇ ਨਾਲ ਜਦੋਂ ਦੋਨੋਂ ਇੱਕ ਦੂਜੇ ਨਾਲ ਨਿਕਾਹ ਕਰਨ 'ਤੇ ਰਾਜ਼ੀ ਹੋਣ ਤੁਹਾਨੂੰ ਨਸੀਹਤ ਕੀਤੀ ਜਾਂਦੀ ਹੈ ਕਿ ਐਸੀ ਹਰਕਤ ਹਰਗਿਜ਼ ਨਾ ਕਰਨਾ। ਅਗਰ ਤੁਸੀਂ ਅੱਲਾ ਤੇ ਰੋਜ਼ੇ ਆਖਰਤ 'ਤੇ ਈਮਾਨ ਲਿਆਉਣ ਵਾਲੇ ਹੋ ਤੁਹਾਡੇ ਵਾਸਤੇ ਸ਼ਾਇਸਤਾ ਦਾ ਹਕੀਕਾ ਤਰੀਕਾ ਇਹੀ ਹੈ ਕਿ ਤੁਮ ਬਾਜ਼ ਰਹੋ। ਅੱਲਾ ਜਾਣਦਾ ਹੈ, ਤੁਸੀਂ ਨਹੀਂ ਜਾਣਦੇ। ਜਿਹੜੇ ਪਿਓ ਚਾਹੁੰਦੇ ਨੇ ਕਿ ਉਹਨਾਂ ਦੀ ਔਲਾਦ ਪੂਰੀ ਮੁੱਦਤ ਰਜ਼ਾਤ ਤੱਕ ਦੁੱਧ ਪੀਏ ਤੇ ਮਾਵਾਂ ਆਪਣੇ ਬੱਚਿਆਂ ਨੂੰ ਕਾਮਲ 2 ਸਾਲ ਦੁੱਧ ਪਿਲਾਉਣ। ਇਸ ਸੂਰਤ ਵਿੱਚ ਬੱਚੇ ਦੇ ਬਾਪ ਨੂੰ ਮਾਰੂਫ ਤਰੀਕੇ ਦੇ ਨਾਲ ਉਹਨਾਂ ਨੂੰ ਖਾਣਾ ਤੇ ਕੱਪੜਾ ਦੇਣਾ ਹੋਏਗਾ, ਮਗਰ ਕਿਸੇ ਤੇ ਉਹਦੀ ਤਾਕਤ ਤੋਂ ਜ਼ਿਆਦਾ ਬੋਝ ਨਹੀਂ ਪਾਉਣਾ ਚਾਹੀਦਾ। ਨਾ ਤੇ ਮਾਂ ਨੂੰ ਇਸ ਵਜ੍ਹਾ ਤੋਂ ਤਕਲੀਫ ਵਿੱਚ ਪਾਇਆ ਜਾਏ ਕਿ ਬੱਚਾ ਉਹਦਾ ਹੈ, ਨਾ ਪਿਓ ਨੂੰ ਹੀ ਇਸ ਵਜ੍ਹਾ ਤੋਂ ਤੰਗ ਕੀਤਾ ਜਾਏ ਕਿ ਬੱਚਾ ਉਹਦਾ ਹੈ। ਦੁੱਧ ਪਿਲਾਉਣ ਵਾਲੀਆਂ ਦਾ ਜਿਹੜਾ ਹੱਕ ਹੈ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੱਚੇ ਦਾ ਪਿਓ ਦੇ ਉੱਤੇ ਵੇ, ਉਂਝ ਹੀ ਹੈ ਜਿਸ ਤਰ੍ਹਾਂ ਉਹਦੇ ਵਾਰਸ ਦੇ ਉੱਤੇ ਵੀ ਹੈ। ਲੇਕਿਨ ਅਗਰ ਦੋਨਾਂ ਆਪਣੀ ਰਜ਼ਾਮੰਦੀ ਅਤੇ ਮਸ਼ਵਰੇ ਦੇ ਨਾਲ ਦੁੱਧ ਛੁਡਾਉਣਾ ਚਾਹਣ ਤਾਂ ਐਸਾ ਕਰਨ ਦੇ ਵਿੱਚ ਕੋਈ ਮੁਜ਼ਾਇਕਾ ਨਹੀਂ ਹੈਗਾ। ਅਗਰ ਤੁਹਾਡਾ ਖਿਆਲ ਆਪਣੀ ਔਲਾਦ ਨੂੰ ਕਿਸੇ ਗੈਰ ਔਰਤ ਕੋਲੋਂ ਦੁੱਧ ਪਿਲਵਾਉਣ ਦਾ ਤਾਂ ਇਹਦੇ 'ਚ ਵੀ ਕੋਈ ਹਰਜ ਨਹੀਂ, ਬਸ਼ਰਤ ਹੈ ਕਿ ਇਹਦਾ ਜੋ ਕੁਛ ਵੀ ਮੁਆਵਜ਼ਾ ਤੈਅ ਕਰੋ ਉਹ ਮਾਰੂਫ ਤਰੀਕੇ ਦੇ ਨਾਲ ਅਦਾ ਕਰੋ। ਅੱਲਾ ਕੋਲੋਂ ਡਰੋ, ਜਾਨ ਰੱਖੋ ਜੋ ਕੁਛ ਤੁਸੀਂ ਕਰਦੇ ਹੋ ਸਭ ਅੱਲਾ ਦੀ ਨਜ਼ਰ 'ਚ। ਤੁਹਾਡੇ ਤੋਂ ਜਿਹੜੇ ਲੋਕ ਮਰ ਜਾਣ ਉਹਨਾਂ ਦੇ ਪਿੱਛੇ ਅਗਰ ਬੀਵੀਆਂ ਜ਼ਿੰਦਾ ਹੋਣ ਤਾਂ ਆਪਣੇ ਆਪ ਨੂੰ 4 ਮਹੀਨੇ 10 ਦਿਨ ਰੋਕੀ ਰੱਖਣ। ਫਿਰ ਜਦੋਂ ਉਹਨਾਂ ਦੀ ਇੱਜ਼ਤ ਪੂਰੀ ਹੋ ਜਾਏ ਤਾਂ ਉਹਨਾਂ ਨੂੰ ਇਖਤਿਆਰ ਹੈ ਕਿ ਆਪਣੀ ਜ਼ਾਤ ਦੇ ਮਾਮਲੇ 'ਚ ਮਾਰੂਫ ਤਰੀਕੇ ਦੇ ਨਾਲ ਜੋ ਚਾਹਣ ਉਹ ਕਰਨ। ਤੁਹਾਡੇ ਉੱਤੇ ਇਹਦੀ ਕੋਈ ਜ਼ਿੰਮੇਵਾਰੀ ਨਹੀਂ। ਅੱਲਾ ਤੁਹਾਡੇ ਸਾਰਿਆਂ ਦੇ ਅਮਾਲ ਤੋਂ ਬਾਖਬਰ ਹੈ। ਜ਼ਮਾਨਾ ਇੱਜ਼ਤ ਦੇ ਵਿੱਚ ਖਾਸ ਤੁਸੀਂ ਉਹਨਾਂ ਬੇਵਾ ਔਰਤਾਂ ਦੇ ਨਾਲ ਮੰਗਣੀ ਦਾ ਇਰਾਦਾ ਇਸ਼ਾਰੇ ਕਨਾਏ 'ਚ ਜ਼ਾਹਰ ਕਰ ਦਿਓ, ਖਾਸ ਦਿਲ 'ਚ ਛੁਪਾ ਕੇ ਰੱਖੋ। ਦੋਨਾਂ ਸੂਰਤਾਂ 'ਚ ਕੋਈ ਮੁਜ਼ਾਇਕਾ ਨਹੀਂ। ਅੱਲਾ ਜਾਣਦਾ ਹੈ ਕਿ ਉਹਨਾਂ ਦਾ ਖਿਆਲ ਤੇ ਤੁਹਾਡੇ ਦਿਲਾਂ ਦੇ ਵਿੱਚ ਆਏਗਾ ਹੀ, ਮਗਰ ਇਹ ਵੇਖੋ ਛੁਪਾ ਕੇ ਕੋਈ ਅਹਿਦੋ ਪੈਮਾਨ ਨਾ ਕਰਨਾ। ਅਗਰ ਜਿਹੜੀ ਵੀ ਗੱਲ ਕਰਨੀ ਹੈ ਤਾਂ ਮਾਰੂਫ ਤਰੀਕੇ ਦੇ ਨਾਲ ਕਰੋ ਤੇ ਜਿਹੜਾ ਨਿਕਾਹ ਹੈ ਉਹਨੂੰ ਕਰਨ ਦਾ ਫੈਸਲਾ ਉਸ ਵਕਤ ਤੱਕ ਨਾ ਕਰੋ ਜਿੰਨੀ ਦੇਰ ਤੱਕ ਇੱਜ਼ਤ ਪੂਰੀ ਨਾ ਹੋ ਜਾਏ। ਖੂਬ ਸਮਝ ਲਓ ਕਿ ਅੱਲਾ ਤੁਹਾਡੇ ਦਿਲਾਂ ਦਾ ਹਾਲ ਖੂਬ ਜਾਣਦਾ ਹੈ, ਲਿਹਾਜ਼ਾ ਉਹਦੇ ਕੋਲੋਂ ਡਰੋ। ਇਹ ਵੀ ਜਾਣ ਲਓ ਕਿ ਅੱਲਾ ਬੁੱਧਬਾਰ ਹੈ, ਛੋਟੀਆਂ ਛੋਟੀਆਂ ਗੱਲਾਂ ਤੋਂ ਦਰਗੁਜ਼ਰ ਫਰਮਾ ਦਿੰਦਾ। ਤੁਹਾਡੇ 'ਤੇ ਕੁਛ ਗੁਨਾਹ ਨਹੀਂ ਅਗਰ ਆਪਣੀਆਂ ਔਰਤਾਂ ਨੂੰ ਤਲਾਕ ਦੇ ਦਿਓ ਕਬਲ ਇਹਦੇ ਕਿ ਉਹਨਾਂ ਨੂੰ ਹੱਥ ਲਾਉਣ ਦੀ ਨੌਬਤ ਆਏ।
ਜਾਂ ਮਹਿਰ ਮੁਕਰਰ ਹੋਵੇ। ਇਸ ਸੂਰਤ ਉਹਨਾਂ ਨੂੰ ਕੁਛ ਨਾ ਕੁਛ ਦੇਣਾ ਜ਼ਰੂਰ ਚਾਹੀਦਾ। ਖੁਸ਼ਹਾਲ ਆਦਮੀ ਆਪਣੀ ਤਾਕਤ ਦੇ ਮੁਤਾਬਕ ਤੇ ਗਰੀਬ ਆਦਮੀ ਆਪਣੀ ਹਸੀਅਤ ਦੇ ਮੁਤਾਬਕ ਮਰੂਫ ਤਰੀਕੇ ਦੇ ਨਾਲ ਦੇ ਦੇਵੇ। ਇਹ ਹੱਕ ਹੈ ਨੇਕ ਆਦਮੀਆਂ ਦੇ ਉੱਤੇ। ਅਗਰ ਤੁਸੀਂ ਔਰਤ ਨੂੰ ਹੱਥ ਲਾਉਣ ਤੋਂ ਪਹਿਲੇ ਤਲਾਕ ਦੇ ਦਿਓ ਤੇ ਲੇਕਿਨ ਅਗਰ ਮਹਿਰ ਮੁਕਰਰ ਕੀਤਾ ਜਾ ਚੁੱਕਿਆ ਹੋਵੇ ਤੇ ਇਸ ਸੂਰਤ ਦੇ ਵਿੱਚ ਅੱਧਾ ਮਹਿਰ ਦੇਣਾ ਹੋਏਗਾ। ਇਹ ਹੋਰ ਗੱਲ ਹੈ ਕਿ ਔਰਤ ਨਰਮੀ ਵਰਤੇ ਤੇ ਮਹਿਰ ਨਾ ਲਵੇ, ਜਾਂ ਉਹ ਮਰਦ ਜਿਹਦੇ ਇਖਤਿਆਰ ਦੇ ਵਿੱਚ ਨਿਕਾਹ ਹੈ ਨਰਮੀ ਕੋਲੋਂ ਕੰਮ ਲਵੇ ਤੇ ਪੂਰਾ ਮਹਿਰ ਦੇ ਦੇਵੇ। ਤੇ ਤੁਸੀਂ ਯਾਨੀ ਮਰਦ ਨਰਮੀ ਕੋਲੋਂ ਕੰਮ ਲਵੋ ਤੇ ਇਹ ਤਕਵਾ ਦੇ ਜ਼ਿਆਦਾ ਕਰੀਬ ਹੈ। ਆਪਸ ਦੇ ਮਾਮਲਾਤ ਦੇ ਵਿੱਚ ਫਿਆਜ਼ੀ ਨੂੰ ਨਾ ਭੁੱਲੋ, ਤੁਹਾਡੇ ਅਮਾਲ ਅੱਲਾ ਦੇਖ ਰਿਹਾ ਹੈ। ਤਮਾਮ ਨਮਾਜ਼ਾਂ ਦਾ ਪੂਰਾ ਖਿਆਲ ਰੱਖੋ, ਖਾਸ ਤੌਰ 'ਤੇ ਦਰਮਿਆਨ ਵਾਲੀ ਨਮਾਜ਼ ਦਾ, ਤੇ ਅੱਲਾ ਦੇ ਸਾਹਮਣੇ ਬਾਅਦਬ ਫਰਮਾਬਰਦਾਰ ਬਣ ਕੇ ਖੜੇ ਰਿਹਾ ਕਰੋ। ਬਦਅਮਨੀ ਦੀ ਹਾਲਤ ਹੋਵੇ ਤੇ ਖਾ ਪੈਦਲ ਹੋਵੇ ਖਾ ਸਵਾਰ, ਜਿਸ ਤਰ੍ਹਾਂ ਮੁਮਕਿਨ ਹੋਵੇ ਨਮਾਜ਼ ਪੜ੍ਹੋ। ਜਦੋਂ ਅਮਨ ਮਯਸਰ ਆ ਜਾਏ ਤਾਂ ਅੱਲਾ ਨੂੰ ਉਸ ਤਰੀਕੇ ਨਾਲ ਯਾਦ ਕਰੋ ਜਿਹੜਾ ਉਹਨੇ ਤੁਹਾਨੂੰ ਸਿਖਾਇਆ, ਜਿਸ ਤੋਂ ਪਹਿਲੇ ਤੁਸੀਂ ਨਾ ਵਾਕਿਫ ਸੀ। ਤੁਹਾਡੇ ਤੋਂ ਜਿਹੜੇ ਲੋਕ ਵਫਾਤ ਪਾ ਜਾਣ ਤੇ ਪਿੱਛੇ ਬੀਵੀਆਂ ਛੱਡ ਜਾਣ, ਉਹਨਾਂ ਨੂੰ ਚਾਹੀਦਾ ਕਿ ਆਪਣੀਆਂ ਬੀਵੀਆਂ ਦੇ ਹੱਕ 'ਚ ਵਸੀਅਤ ਕਰਕੇ ਜਾਣ ਕਿ 1 ਸਾਲ ਤੱਕ ਇਹਨਾਂ ਨੂੰ ਨਾਮ ਨਫਕਾ ਦਿੱਤਾ ਜਾਏ ਔਰ ਘਰਾਂ ਚੋਂ ਕੱਢੀਆਂ ਜਾਣ। ਫਿਰ ਅਗਰ ਉਹ ਖੁਦ ਨਿਕਲ ਜਾਣ ਤਾਂ ਆਪਣੀ ਜ਼ਾਤ ਦੇ ਮਾਮਲੇ 'ਚ ਮਰੂਫ ਤਰੀਕੇ ਦੇ ਨਾਲ ਜੋ ਕੁਛ ਵੀ ਕਰਨ, ਉਹਨਾਂ ਦੀ ਜ਼ਿੰਮੇਦਾਰੀ ਤੁਹਾਡੇ ਉੱਤੇ ਨੇ। ਅੱਲਾ ਸਭ ਤੇ ਗਾਲਬ ਹੈ, ਇਕਤਦਾਰ ਰੱਖਣ ਵਾਲਾ ਹੈ ਤੇ ਹਕੀਮ ਉਹ ਦਾਨਾ ਹੈ। ਇਸ ਤਰ੍ਹਾਂ ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੈ ਉਹਨਾਂ ਨੂੰ ਵੀ ਮੁਨਾਸਬ ਤੌਰ 'ਤੇ ਕੁਛ ਨਾ ਕੁਛ ਦੇ ਕੇ ਰੁਖਸਤ ਕੀਤਾ ਜਾਏ। ਇਹ ਹੱਕ ਹੈ ਮੁਤਕੀ ਲੋਕਾਂ ਉੱਤੇ। ਇਸ ਤਰ੍ਹਾਂ ਅੱਲਾ ਆਪਣੇ ਜਿਹੜੇ ਅਹਕਾਮ ਨੇ ਤੁਹਾਨੂੰ ਸਾਫ਼ ਦੱਸਦਾ ਹੈ। ਉਮੀਦ ਹੈ ਤੁਸੀਂ ਸਮਝ ਬੁੱਝ ਕੇ ਕੰਮ ਕਰੋਗੇ। ਤੁਸੀਂ ਉਹਨਾਂ ਲੋਕਾਂ ਦੇ ਹਾਲਤ ਉੱਤੇ ਵੀ ਕੁਛ ਹੋਰ ਕੀਤਾ ਜਿਹੜੇ ਮੌਤ ਤੋਂ ਉਹਨੂੰ ਡਰ ਕੇ ਆਪਣੇ ਘਰ-ਬਾਰ ਛੱਡ ਕੇ ਨਿਕਲੇ ਸਨ, ਹਜ਼ਾਰਾਂ ਦੀ ਤਾਦਾਦ ਵਿੱਚ ਸਨ। ਅੱਲਾ ਨੇ ਉਹਨਾਂ ਨੂੰ ਫਰਮਾਇਆ ਮਰ ਜਾਓ, ਫਿਰ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਬਖਸ਼ੀ। ਹਕੀਕਤ ਹੈ ਵੇ ਕਿ ਅੱਲਾ ਇਨਸਾਨ 'ਤੇ ਬੜਾ ਫਜ਼ਲ ਫਰਮਾਨ ਵਾਲਾ ਹੈ, ਮਗਰ ਅਕਸਰ ਲੋਕ ਸ਼ੁਕਰ ਅਦਾ ਨਹੀਂ ਕਰਦੇ। ਮੁਸਲਮਾਨੋਂ ਅੱਲਾ ਦੀ ਰਾਹ 'ਚ ਜੰਗ ਕਰੋ, ਖੂਬ ਜਾਣ ਲਓ ਕਿ ਅੱਲਾ ਸੁਣਨੇ ਵਾਲਾ ਅਤੇ ਜਾਣਨ ਵਾਲਾ ਹੈ। ਤੁਹਾਡੇ 'ਚੋਂ ਕੌਣ ਹੈ ਜਿਹੜਾ ਅੱਲਾ ਨੂੰ ਕਰਜ਼ੇ ਹਸਨਾ ਦੇ ਤਾਂ ਕਿ ਅੱਲਾ ਉਹਨੂੰ ਕਈ ਗੁਣਾ ਬੜਾ ਚੜਾ ਕਰ ਵਾਪਸ ਕਰੇ। ਘਟਾਣਾ ਵੀ ਅੱਲਾ ਦੇ ਇਖਤਿਆਰ ਵਿੱਚ ਹੈ ਅਤੇ ਵਧਾਉਣਾ ਵੀ, ਅਤੇ ਇਸੇ ਤਰ੍ਹਾਂ ਤੁਹਾਨੂੰ ਅੱਲਾ ਲੋਟ ਕੇ ਜਾਣਾ ਹੈਗਾ। ਫਿਰ ਤੁਸੀਂ ਇਸ ਮਾਮਲੇ 'ਤੇ ਵੀ ਗੌਰ ਕੀਤਾ ਜਿਹੜਾ ਮੂਸਾ ਅਲੈਹਿਸਲਾਮ ਦੇ ਬਾਅਦ ਸਰਦਾਰਾਂ ਨੇ ਬਨੀ ਇਸਰਾਈਲ ਨੂੰ ਪੇਸ਼ ਆਇਆ ਸੀ। ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸਾਡੇ ਵਾਸਤੇ ਇੱਕ ਬਾਦਸ਼ਾਹ ਮੁਕਰਰ ਕਰ ਦੇ ਤਾਂ ਕਿ ਅਸੀਂ ਅੱਲਾ ਦੀ ਰਾਹ 'ਚ ਜੰਗ ਕਰੀਏ। ਨਬੀ ਨੇ ਪੁੱਛਿਆ ਕਿਤੇ ਐਸਾ ਤਾਂ ਨਹੀਂ ਹੋਏਗਾ ਕਿ ਤੁਹਾਨੂੰ ਲੜਾਈ ਦਾ ਹੁਕਮ ਦਿੱਤਾ ਜਾਏ ਅਤੇ ਤੁਸੀਂ ਨਾ ਲੜੋ। ਉਹ ਕਹਿਣ ਲੱਗੇ ਭਲਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਰਾਹ ਖੁਦਾ 'ਚ ਨਾ ਲੜੀਏ, ਜਦੋਂ ਕਿ ਸਾਨੂੰ ਸਾਡਿਆਂ ਘਰਾਂ 'ਚੋਂ ਕੱਢ ਦਿੱਤਾ ਗਿਆ, ਸਾਡੇ ਬਾਲ ਬੱਚੇ ਸਾਡੇ ਕੋਲੋਂ ਜੁਦਾ ਕਰ ਦਿੱਤੇ ਗਏ ਨੇ। ਮਗਰ ਜਦੋਂ ਉਹਨਾਂ ਨੂੰ ਜੰਗ ਦਾ ਹੁਕਮ ਦਿੱਤਾ ਗਿਆ ਤੇ ਕਲੀਲ ਤਾਦਾਦ ਤੋਂ ਇਲਾਵਾ ਸਾਰੇ ਪਿੱਠ ਮੋੜ ਗਏ ਤੇ ਅੱਲਾ ਉਹਨਾਂ ਦੇ ਵਿੱਚੋਂ ਇੱਕ ਜ਼ਾਲਮ ਨੂੰ ਜਾਣਦਾ ਹੈ। ਉਹਨਾਂ ਦੇ ਨਬੀ ਨੇ ਉਹਨਾਂ ਨੂੰ ਕਿਹਾ ਕਿ ਅੱਲਾ ਨੇ ਤਾਲੂਤ ਨੂੰ ਤੁਹਾਡੇ ਵਾਸਤੇ ਬਾਦਸ਼ਾਹ ਮੁਕਰਰ ਕੀਤਾ। ਇਹ ਸੁਣ ਕੇ ਉਹ ਬੋਲੇ ਕਿ ਸਾਡੇ 'ਤੇ ਬਾਦਸ਼ਾਹ ਬਣਨ ਦਾ ਉਹ ਕਿਸ ਤਰ੍ਹਾਂ ਹੱਕਦਾਰ ਹੋ ਗਿਆ, ਉਹਦੇ ਮੁਕਾਬਲੇ 'ਤੇ ਬਾਦਸ਼ਾਹੀ ਦੇ ਅਸੀਂ ਜ਼ਿਆਦਾ ਮੁਸਤਹਿਕ ਹਾਂ, ਉਹ ਤਾਂ ਕੋਈ ਬੜਾ ਹੀ ਮਾਲਦਾਰ ਆਦਮੀ ਨਹੀਂ। ਨਬੀ ਨੇ ਜਵਾਬ ਦਿੱਤਾ ਅੱਲਾ ਨੇ ਤੁਹਾਡੇ ਮੁਕਾਬਲੇ 'ਚ ਉਹਨੂੰ ਮੁੰਤਖਬ ਕੀਤਾ ਅਤੇ ਉਹਨੂੰ ਦਿਮਾਗ ਅਤੇ ਜਿਸਮਾਨੀ ਦੋਨੋਂ ਕਿਸਮਾਂ ਦੀਆਂ ਅਹਲੀਅਤਾਂ ਵਾਫਰ ਅਦਾ ਕੀਤੀਆਂ ਨੇ। ਅੱਲਾ ਨੂੰ ਇਖਤਿਆਰ ਹੈ ਕਿ ਆਪਣਾ ਮੁਲਕ ਜਿਹਨੂੰ ਚਾਹੇ ਦੇ ਦੇਵੇ। ਅੱਲਾ ਬੜੀ ਵਸਅਤ ਰੱਖਦਾ ਹੈ, ਸਭ ਕੁਛ ਉਹਦੇ ਇਲਮ ਵਿੱਚ ਹੈ। ਇਹਦੇ ਨਾਲ ਉਹਨਾਂ ਦੇ ਨਬੀ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਖੁਦਾ ਵੱਲੋਂ ਉਹਨਾਂ ਦੇ ਬਾਦਸ਼ਾਹ ਮੁਕਰਰ ਹੋਣ ਦੀ ਅਲਾਮਤ ਇਹ ਹੋਏਗੀ ਕਿ ਉਹਨਾਂ ਦੇ ਅਹਿਦ ਵਿੱਚ ਤੁਹਾਨੂੰ ਉਹ ਸੰਦੂਕ ਵਾਪਸ ਮਿਲ ਜਾਏਗਾ ਜਿਹਦੇ 'ਚ ਤੁਹਾਡੇ ਰੱਬ ਨੇ ਤੁਹਾਡੇ ਦਿਲਾਂ ਦਾ ਸਕੂਨ ਦਾ ਸਮਾਨ ਰੱਖਿਆ ਹੋਇਆ, ਜਿਹਦੇ 'ਚ ਆਲੇ ਮੂਸਾ ਅਤੇ ਆਲੇ ਹरून ਅਲੈਹਿਸਲਾਮ ਦੇ ਛੋੜੇ ਹੋਏ ਤਬਰਕਾਤ ਨੇ ਜਿਨ੍ਹਾਂ ਨੂੰ ਉਸ ਵਕਤ ਫਰਿਸ਼ਤੇ ਸੰਭਾਲੇ ਹੋਏ ਨੇ। ਅਗਰ ਤੁਸੀਂ ਮੂਮਨ ਹੋ ਤਾਂ ਤੁਹਾਡੇ ਵਾਸਤੇ ਬਹੁਤ ਵੱਡੀ ਨਿਸ਼ਾਨੀ ਹੈ। ਫਿਰ ਜਦੋਂ ਤਾਲੂਤ ਲਸ਼ਕਰ ਲੈ ਕੇ ਚੱਲਿਆ ਤਾਂ ਉਹਨੇ ਕਿਹਾ ਇੱਕ ਦਰਿਆ 'ਤੇ ਅੱਲਾ ਦੇ ਵੱਲੋਂ ਤੁਹਾਡੇ 'ਤੇ ਅਜ਼ਮਾਇਸ਼ ਹੋਣ ਵਾਲੀ ਹੈ, ਜਿਹੜਾ ਉਹਦਾ ਪਾਣੀ ਪੀਏਗਾ ਉਹ ਮੇਰਾ ਸਾਥੀ ਨਹੀਂ, ਮੇਰਾ ਸਾਥੀ ਸਿਰਫ ਉਹ ਹੈ ਜਿਹੜਾ ਉਹਦੇ ਕੋਲੋਂ ਪਿਆਸ ਨਾ ਬੁਝਾਏ। ਹਾਂ ਇੱਕ ਅੱਧ ਚੱਲੂ ਕੋਈ ਪੀ ਲਵੇ, ਮਗਰ ਇੱਕ ਛੋਟੇ ਜਿਹਾ ਗਰੋਹ ਤੋਂ ਇਲਾਵਾ ਸਾਰੇ ਉਸ ਦਰਿਆ ਤੋਂ ਸਰਾਬ ਹੋਏ। ਫਿਰ ਜਦੋਂ ਤਾਲੂਤ ਨੇ ਅਤੇ ਉਹਨਾਂ ਦੇ ਸਾਥੀ ਮੁਸਲਮਾਨ ਦਰਿਆ ਪਾਰ ਕਰਕੇ ਅੱਗੇ ਵਧੇ ਤਾਂ ਉਹਨਾਂ ਨੇ ਤਾਲੂਤ ਨੂੰ ਕਹਿ ਦਿੱਤਾ ਕਿ ਅੱਜ ਅਸੀਂ ਜਲੂਤ ਉਹਦੇ ਲਸ਼ਕਰ ਦਾ ਮੁਕਾਬਲਾ ਕਰਨ ਦੀ ਤਾਕਤ ਨਹੀਂ। ਲੇਕਿਨ ਜਿਹੜੇ ਲੋਕ ਇਹ ਸਮਝਦੇ ਸਨ ਕਿ ਉਹਨਾਂ ਨੂੰ ਇੱਕ ਦਿਨ ਅੱਲਾ ਨਾਲ ਮਿਲਣਾ ਹੈ, ਉਹਨਾਂ ਨੇ ਕਿਹਾ ਕਿ ਇਹੋ ਜਿਹਾ ਕਈ ਵਾਰੀ ਹੋਇਆ ਕਿ ਇੱਕ ਛੋਟਾ ਜਿਹਾ ਗਰੋਹ ਜਿਹੜਾ ਹੈ ਅੱਲਾ ਦੇ ਹੁਕਮ ਦੇ ਨਾਲ ਇੱਕ ਵੱਡੇ ਗਰੋਹ 'ਤੇ ਗਾਲਬ ਆ ਗਿਆ। ਅੱਲਾ ਸਬਰ ਕਰਨ ਵਾਲਿਆਂ ਦਾ ਸਾਥੀ ਹੈ। ਅਤੇ ਜਦੋਂ ਉਹ ਜਲੂਤ ਅਤੇ ਉਹਦੇ ਲਸ਼ਕਰ ਦੇ ਮੁਕਾਬਲੇ 'ਤੇ ਨਿਕਲੇ ਤਾਂ ਉਹਨਾਂ ਨੇ ਦੁਆ ਕੀਤੀ, ਐ ਸਾਡੇ ਰੱਬ ਸਾਡੇ 'ਤੇ ਸਬਰ ਦਾ ਫੈਜ਼ਾਨ ਕਰ, ਸਾਡੇ ਕਦਮ ਜਮਾ ਦੇ, ਇਹਨਾਂ ਕਾਫਰ ਗਰੋਹ 'ਤੇ ਸਾਨੂੰ ਫਤਹ ਨਸੀਬ ਕਰ। ਆਖਰਕਾਰ ਅੱਲਾ ਦੇ ਹੁਕਮ ਦੇ ਨਾਲ ਉਹਨਾਂ ਨੇ ਕਾਫਰਾਂ ਨੂੰ ਮਾਰ ਭਜਾਇਆ ਅਤੇ ਦਾਊਦ ਅਲੈਹਿਸਲਾਮ ਨੇ ਜਲੂਤ ਨੂੰ ਕਤਲ ਕਰ ਦਿੱਤਾ। ਅੱਲਾ ਨੇ ਉਹਨਾਂ ਨੂੰ ਸਲਤਨਤ ਅਤੇ ਹਿਕਮਤ ਨਾਲ ਨਵਾਜ਼ਿਆ ਅਤੇ ਜਿਨ੍ਹਾਂ ਚੀਜ਼ਾਂ ਦਾ ਉਹਨਾਂ ਨੇ ਚਾਹਿਆ ਸੀ ਉਹਨਾਂ ਨੂੰ ਇਲਮ ਦਿੱਤਾ। ਅਗਰ ਇਸ ਤਰ੍ਹਾਂ ਅੱਲਾ ਇਨਸਾਨਾਂ ਦੇ ਇੱਕ ਗਰੋਹ ਨੂੰ ਦੂਸਰੇ ਗਰੋਹ ਦੇ ਜ਼ਰੀਏ ਹਟਾਉਂਦਾ ਨਾ ਰਹਿੰਦਾ ਤਾਂ ਜ਼ਮੀਨ ਦਾ ਨਿਜ਼ਾਮ ਵਿਗੜ ਜਾਂਦਾ। ਲੇਕਿਨ ਦੁਨੀਆ ਦੇ ਲੋਕਾਂ ਦੇ ਉੱਤੇ ਅੱਲਾ ਦਾ ਬੜਾ ਫਜ਼ਲ ਹੈ। ਇਹ ਅੱਲਾ ਦੀਆਂ ਆਇਤਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਠੀਕ ਸੁਣਾ ਰਹੇ ਹਾਂ ਅਤੇ ਤੁਸੀਂ ਯਕੀਨਨ ਉਹਨਾਂ ਲੋਕਾਂ ਦੇ ਵਿੱਚੋਂ ਹੋ ਜਿਨ੍ਹਾਂ ਨੂੰ ਰਸੂਲ ਬਣਾ ਕੇ ਘੱਲਿਆ ਗਿਆ ਸੀ। ਸਦਕ ਅੱਲਾਹੁਲ ਅਜ਼ੀਮ।
अल्लाह करीम दे अगे दुआ है कि वह सानू कुरान पाक पढ़न दी समझन दी ते अमल करन दी तौफीक अता फरमाए। आमीन या रब्बल आलमीन। अगर अल्लाह करीम नू मंजूर होया तो जिंदगी ते सेहत के नाल चीज़ां मशरूत होंदियां ने। ते अगर अल्लाह दा फजल शामले हाल रहा तो इंशाअल्लाह अगले सैशन दे विच अगले पारे का असी पंजाबी च मफहूम बयान करने की कोशिश करांगे। अल्लाह ताला साडी ते तुहाडी यह कोशिश जिहड़ी है कबूल फरमाए तो इंशाअल्लाह अगले सैशन तक अल्लाह हाफिज़। अस्सलामु अलैकुम वरहमतुल्लाहि वबरकातुहू।